ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਾਂ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨ ਪੁੱਛੈ ਕੋਈ ਰਹਾਉ। ਹਾਂ ਖਰੀ ਦੁਹੇਲੀ ਹੋਈ ਬਾਬਾ ਨਾਨਕ, ਮੇਰੀ ਬਾਤ ਨ ਪੁੱਛੈ ਕੋਈ। ਵਾਹਿਗੁਰੂ, ਇਹ ਪਵਿੱਤਰ ਬਚਨ ਜੋ ਕੱਲ੍ਹ ਆਪਾਂ ਸਰਵਣ ਕਰ ਰਹੇ ਸੀ, ਜੀਵ ਅਤੇ ਦੇਹੀ ਦਾ ਸਵਾਲ ਜਵਾਬ। ਜੀਵ ਆਤਮਾ ਦਾ ਅਤੇ ਸਰੀਰ ਦਾ ਆਪਸ ਵਿੱਚ ਸੰਵਾਦ ਹੋਇਆ, ਗੱਲਬਾਤ ਹੋਈ, ਜਿਸ ਨੂੰ ਸਤਿਗੁਰੂ ਨਾਨਕ ਦੇਵ ਜੀ ਸਾਈਡ ਤੇ ਬੈਠ ਕੇ ਸੁਣਦੇ ਹੈ। ਜੀਵ ਦੇਹੀ ਨੂੰ ਦੋਸ਼ ਦੇਈ ਜਾਂਦੀ ਆ, ਦੇਈ ਜਾਂਦਾ, ਤੇ ਦੇਹੀ ਜੀਵ ਨੂੰ ਦੋਸ਼ ਦੇ ਰਹੀ ਹੈ। ਜੀਵ ਆਤਮਾ ਦੇਹੀ ਨੂੰ ਕਹਿੰਦੀ ਤੇਰੀ ਗਲਤੀ ਹੈ, ਤੇ ਸਰੀਰ ਕਹਿੰਦਾ, ਦੇਹੀ ਕਹਿੰਦੀ ਤੇਰੀ ਗਲਤੀ ਹੈ। ਕੱਲ੍ਹ ਆਪਾਂ ਸੁਣ ਰਹੇ ਸੀ, ਜੀਵ ਕਹਿੰਦਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ, ਇਹ ਸੰਸਾਰੋ ਭਲੀਏ। ਤੂੰ ਕਹਿੰਦੀ ਆ ਮੈਂ ਅਮਰ ਹਾਂ, ਇੱਥੇ ਹਮੇਸ਼ਾ ਰਹਾਂਗੀ, ਇਹ ਸੰਸਾਰ ਤਾਂ ਖਤਮ ਹੋਣ ਵਾਲਾ ਹੈ। ਲੋਭ ਲਾਲਚ ਵਿੱਚ ਆ ਕੇ ਝੂਠ ਨੂੰ ਇਕੱਠਾ ਕਰ ਰਹੀ ਹੈ। ਲੱਭ ਲੋਭ ਮਚਕੂੜ ਕਮਾਵੇ, ਬਹੁਤ ਉਠਾਵੇਂ ਭਾਰੋ। ਤੇਰੇ ਵਰਗੀਆਂ ਕਿੰਨੀਆਂ ਹੀ ਦੇਹੀਆਂ ਮੈਂ ਧਰਤੀ ਤੇ ਰੁਲਦੀਆਂ ਦੇਖੀਆਂ। ਤੂੰ ਕਾਇਆ ਮੈਂ ਰੁਲਦੀ ਦੇਖੀ, ਜਿਉਂ ਧਰ ਉੱਪਰ ਛਾਰੋ। ਜਿਵੇਂ ਧਰਤੀ ਤੇ ਸਵਾਹ ਹੁੰਦੀ ਆ, ਐਂ ਰੁਲ ਜਾਂਦੀਆਂ। ਅੱਗੋਂ ਦੇਹੀ ਕਹਿੰਦੀ ਤੂੰ ਚੱਜ ਦੇ ਕੰਮ ਨਹੀਂ ਕਰਦਾ। ਸੁਣ ਸੁਣ ਸਿੱਖ ਹਮਾਰੀ, ਸੁਕਿਰਤ ਕੀਤਾ ਰਹਿਸੀ ਮੇਰੇ ਜੀ ਅੜੇ, ਬਹੁੜ ਨਾ ਆਵੇ ਬਾਰੀ। ਤੇਰੀ ਮਾੜੀ ਸੋਚ ਹੀ ਮੈਨੂੰ ਲਈ ਫਿਰਦੀ ਆ। ਤੂੰ ਸੁਕਿਰਤ ਚੰਗੀ ਕਿਰਤ ਚੰਗੇ ਕੰਮ ਕਰੇ ਤਾਂ ਮੈਂ ਫਿਰ ਕਿਉਂ ਦੁਖੀ ਹੋਵਾਂ। ਤੇ ਯਾਦ ਰੱਖੀ, ਆਪਾਂ ਦੋਨੇ ਦੁਬਾਰਾ ਇਕੱਠੇ ਨਹੀਂ ਹੋ ਸਕਦੇ। ਭਾਵ ਮਨੁੱਖਾ ਦੇਹੀ ਵਾਰ-ਵਾਰ ਨਹੀਂ ਮਿਲਦੀ ਜੀਵ ਨੂੰ। ਜਿਹੜਾ ਜੀਵ ਅੱਜ ਇਹਦੇ ਵਿੱਚ ਬੈਠਾ ਜਾਂ ਤੁਹਾਡੇ ਸਰੀਰਾਂ 'ਚ ਬੈਠਾ, ਜ਼ਰੂਰੀ ਨਹੀਂ ਕਿ ਦੁਬਾਰੇ ਉਹ ਮਨੁੱਖ ਬਣ ਜਾਵੇ। ਕਹੋ ਸਤਿਨਾਮ ਸ੍ਰੀ। ਪਰਮੇਸ਼ਰ ਨੇ ਕਿਰਪਾ ਕਰਕੇ ਮਾਨਸ ਜਾਮਾ ਦਿੱਤਾ ਹੈ, ਇੱਕ ਆਫਰ ਦਿੱਤੀ ਹੈ, ਇੱਕ ਸਮਾਂ ਦਿੱਤਾ ਹੈ, ਇੱਕ ਚਾਂਸ ਦਿੱਤਾ ਹੈ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਵਰੀਆ। ਭਟਕੇ ਹੋਏ ਜੀਵ ਨੂੰ ਆਪਣੇ ਵਿੱਚ ਮਿਲਾਉਣ ਦਾ ਇੱਕ ਬਹਾਨਾ ਬਣਾਇਆ ਮਨੁੱਖਾ ਦੇਹੀ ਦੇ ਕੇ। ਤੇ ਜਦੋਂ ਇਹ ਹੱਥੋਂ ਨਿਕਲ ਗਈ, ਦੇਹੀ ਜੀਵ ਨੂੰ ਕਹਿੰਦੀ ਬਹੁੜ ਨਾ ਆਵੇ ਬਾਰੀ, ਤੈਨੂੰ ਦੁਬਾਰੇ ਮਨੁੱਖ ਜਾਮਾ ਨਹੀਂ ਮਿਲਣਾ, ਤੂੰ ਵੀ ਚੰਗੇ ਕੰਮ ਕਰਿਆ ਕਰ। ਜਦੋਂ ਇੱਦਾਂ ਦੀਆਂ ਇਹਨਾਂ ਦੀਆਂ ਵਿਚਾਰਾਂ ਧੰਨ ਗੁਰੂ ਨਾਨਕ ਦੇਵ ਜੀ ਸੁਣਦੇ ਆ। ਕੱਲ੍ਹ ਆਪਾਂ 3 ਕੁ ਪਰੇ ਸਰਵਣ ਕੀਤੇ ਸੀ, ਤੇ ਰਹਿੰਦੇ ਪਦੇ ਆਪਾਂ ਹੁਣ ਸਰਵਣ ਕਰਦੇ ਹਾਂ। ਲਗਭਗ 6 ਪਦਿਆਂ ਦਾ ਇਹ ਸ਼ਬਦ ਹੈ। ਤਾਂ ਦੇਹੀ ਜਿਹੜੀ ਹੈ ਬੜੀ ਦੁਖੀ ਹੋ ਗਈ। ਕਈ ਵਾਰੀ ਬੰਦਾ ਇੰਨਾ ਦੁਖੀ ਹੋ ਜਾਂਦਾ ਹੈ
ਸਰੀਰ ਕਰਕੇ ਕਿ ਉਹ ਕਹਿੰਦਾ ਇਦੋਂ ਤਾਂ ਮਰ ਜਾ, ਸਰੀਰ ਨੂੰ ਛੱਡ ਦੇਵਾਂ। ਤੇ ਦੇਹੀ ਵੀ ਕਈ ਵਾਰੀ ਇੰਨੀ ਦੁਖੀ ਹੋ ਜਾਂਦੀ ਹੈ, ਜੋ ਥਾਂ ਥਾਂ ਤੋਂ ਦੁਖਦੀ ਹੈ, ਥਾਂ ਥਾਂ 'ਤੇ ਸੱਟਾਂ ਵੱਜ ਜਾਣ, ਐਕਸੀਡੈਂਟ ਹੋ ਜਾਣ, ਫਿਰ ਉਹ ਬੰਦੇ ਨੂੰ ਜਦੋਂ ਸਰੀਰ ਚੰਗਾ ਨਹੀਂ ਲੱਗਦਾ, ਛੱਡਣ ਨੂੰ ਜੀ ਕਰਦਾ ਤੇ ਛੁੱਟਦਾ ਵੀ ਨਹੀਂ। ਤੇ ਦੇਹੀ ਵੀ ਗੱਲਾਂ ਸੁਣ ਕੇ ਕਹਿੰਦੀ ਗੱਲ ਤਾਂ ਤੇਰੀ ਸਹੀ ਹੈ, ਕੱਲ੍ਹ ਨੂੰ ਜਦੋਂ ਤੂੰ ਮੈਨੂੰ ਛੱਡ ਗਿਆ ਤੇ ਮੈਨੂੰ ਤਾਂ ਕਿਸੇ ਨੇ ਸੰਭਾਲਣਾ ਹੀ ਨਹੀਂਗਾ। ਰਹਾਉ ਦੀ ਪੰਕਤੀ ਅਗਲੀ ਆਈ ਆ, ਹਉ ਖਰੀ ਦੁਹੇਲੀ ਹੋਈ, ਖਰੀ ਦੁਹੇਲੀ ਮੈਂ ਤਾਂ ਪੂਰੀ ਦੁਖੀ ਹੋਈ। ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ ਕੋਈ। ਜੋ ਬਾਬਾ ਨਾਨਕ ਜੀ ਸਾਈਡ 'ਤੇ ਬੈਠ ਕੇ ਦੋਨਾਂ ਦੀ ਗੱਲ ਸੁਣ ਰਹੇ ਸੀ, ਜੀਵ ਆਤਮਾ ਦੀ ਤੇ ਦੇਹੀ ਦੀ। ਹੁਣ ਦੇਹੀ ਪੈਰੀ ਪੈਂਦੀ ਆ, ਦੇਹੀ ਪੈਰੀ ਪੈ ਰਹੀ ਹੈ ਨਾ, ਇਸ ਤਰ੍ਹਾਂ ਆਪਾਂ ਦੇਹ ਕਰਕੇ ਪੈਰੀ ਪੈ ਰਹੇ ਹਾਂ। ਦੇਹੀ ਸਤਿਗੁਰੂ ਨਾਨਕ ਦੇ ਚਰਨੀ ਪੈ ਕੇ ਕਹਿੰਦੀ ਹੈ, ਮੇਰੀ ਤਾਂ ਫਿਰ ਕੋਈ ਬਾਤ ਹੀ ਨਹੀਂ ਪੁੱਛਦਾ, ਨਾ ਤਾਂ ਇਹ ਅੰਦਰਲਾ ਸੁਣਦਾ ਤੇ ਨਾ ਬਾਹਰਲੇ ਸੁਣਦੇ ਆ। ਕਹੋ ਸਤਨਾਮ ਸ੍ਰੀ, ਮੈਂ ਤਾਂ ਸੰਨ ਵਿਚਾਲੇ ਆ ਗਈ, ਮੈਂ ਕੀ ਕਰਾਂ। ਹਉ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ ਕੋਈ। ਰਹਾਓ ਜਦੋਂ ਇਹ ਬਚਨ ਕੀਤਾ, ਇਹ ਸਾਡੀ ਸਾਰਿਆਂ ਦੀ ਅਰਦਾਸ ਹੈ, ਸਾਰਿਆਂ ਨੇ ਕੀਤਾ, ਭਾਵ ਦੇਹ ਨੇ ਕੀਤਾ। ਬਾਬਾ ਨਾਨਕ ਕਹਿੰਦੇ ਗੱਲ ਸੁਣ ਲਾ, ਮੈਂ ਦੇਖ ਰਿਹਾ ਇਹ ਸੰਸਾਰ, ਇਹ ਸਰੀਰ, ਇਹ ਦੇਹੀਆਂ ਬੜਾ ਸਮਾਨ ਇਕੱਠਾ ਕਰ ਰਹੀਆਂ, ਔਰ ਉਹਦੇ ਵਿੱਚੋਂ ਕਿਸੇ ਨੂੰ ਭੋਰਾ ਦਿੰਦਾ ਵੀ ਨਹੀਂ ਮਨੁੱਖ। ਕਾਜੀ ਰੋਕਣ ਦੇਣ ਨੂੰ ਗਿਆਨ ਦਿੰਦੇ ਹੋਏ ਪਾਤਸ਼ਾਹ ਜੀ ਕਹਿੰਦੇ, ਭਲਿਆ पैसा उसी का जो देवै दिलावै रजावै खुदाए, होता ना राखै अकेला ना खाए, किरत करो नाम जपो वंड छको। काजी रुकन दीन नाल गलबात हुई तो ਉਹਦੇ इदां गलबात हुई, ਉਹਨੂੰ इदां ਗਿਆਨ ਦਿੱਤਾ ਵੀ ਪੈਸਾ ਠੀਕ ਹੈ ਬੰਦੇ ਕੋਲੇ ਹੋਵੇ, ਪਰ ਇਹ ਤਾਂ ਹੀ ਕੰਮ ਦਾ ਹੈ ਤੂੰ ਖੁਦ ਵੀ ਖਾ, ਕਿਸੇ ਲੋੜਵੰਦ ਦੀ ਮਦਦ ਵੀ ਕਰ ਦੇ, ਸਹਾਇਤਾ ਵੀ ਕਰ ਦੇ। ਕਿਉਂਕਿ ਕਿਸੇ ਦੇ ਮਦਦ 'ਤੇ ਲਾਇਆ ਪੈਸਾ ਤੁਹਾਡੇ ਕੋਲੇ ਕਲਵੰਟ ਹੋ ਕੇ ਅਸੀਸ ਆਊਗੀ, ਅਤੇ ਅਸੀਸਾਂ ਨਾਲ ਜਾਣੀ ਹੈ। ਜਿਵੇਂ ਕਨੇਡਾ ਜਾਈਏ ਤਾਂ ਭਾਰਤ ਦਾ ਪੈਸਾ ਨਹੀਂ ਜਾਂਦਾ ਨਾ, ਉੱਥੇ ਕਨੇਡਾ ਵਾਲੇ ਲੈਣਾ ਪੈਂਦਾ। ਅਤੇ ਕੱਲ੍ਹ ਨੂੰ ਪਰਮੇਸ਼ਰ ਦੇ ਦੇਸ਼ ਜਾਣਾ, ਉੱਥੇ ਕਿਸੇ ਦੇਸ਼ ਦਾ ਪੈਸਾ ਨਹੀਂ ਜਾਂਦਾ, ਉੱਥੇ ਅਸੀਸ ਜਾਂਦੀ ਹੈ, ਸਿਮਰਨ ਜਾਂਦਾ, ਚੰਗੇ ਕਰਮ ਜਾਂਦੇ ਆ ਨਾਲ। ਅਤੇ ਚੰਗੇ ਕਰਮ ਇਸ ਪੈਸੇ ਬਦਲੇ ਵੀ ਕਰ ਸਕਦੇ ਹਾਂ ਆਪਾਂ। ਨੇਕੀ ਕਰ ਦਰਿਆ ਮੇਂ ਡਾਲ, ਹੋਤਾ ਨਾ ਰਾਖੇ ਅਕੇਲਾ ਨਾ ਖਾਏ, ਪੈਸਾ ਤਿਸੀ ਕਾ ਜੋ ਦੇਵੈ ਦਿਲਾਵੈ ਰਜਾਵੈ ਖਦਾਏ। ਕਾਜੀ ਰੁਕਨ ਦੀ ਨਾਲ ਗੱਲਬਾਤ ਕਰਦੇ ਹਾਂ, ਪਾਤਸ਼ਾਹ ਨੇ ਭਵਿੱਖਤ ਬਚਨ ਵੀ ਕੀਤੇ ਸੀ। ਜਿਹੜਾ ਆਪਾਂ ਸ਼ਬਦ ਪੜ੍ਹਦੇ ਹਾਂ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਇਹ ਬਾਬੇ ਨਾਨਕ ਦਾ ਉਚਾਰਿਆ ਹੋਇਆ, ਕਾਜੀ ਰੋਕਣ ਦੇਣ ਨੂੰ ਗਿਆਨ ਦਿੰਦਿਆਂ ਹੋਇਆ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਿਸ ਵੇਲੇ ਦੇਹੀ ਨੇ ਬੇਨਤੀ ਕੀਤੀ, ਫਿਰ ਮੇਰਾ ਬਣੂ ਕੀ ਮਹਾਰਾਜ, ਮੈਂ ਤਾਂ ਬੜੀ ਦੁਖੀ ਹੋ ਗਈ ਇਹ ਗੱਲਾਂ ਸੁਣ ਕੇ। ਹਉ ਖਰੀ ਦੁਹੇਲੀ ਹੋਈ, ਬਾਬਾ ਨਾਨਕ ਮੇਰੀ ਬਾਤ ਨਾ ਪੁੱਛਿਆ ਕੋਈ। ਰਹਾਓ, ਰਹਾਓ ਕਹਿੰਦਾ ਠਹਿਰੋ, ਰਹਾਓ ਰਹਿ ਆਓ, ਰੁਕ ਜਾਓ। ਕੀ ਪੜ੍ਹਿਆ ਪਿੱਛੇ, ਇਹਨੂੰ ਵਿਚਾਰੋ, ਫਿਰ ਅੱਗੇ ਚੱਲਦੇ ਹਾਂ। ਹੁਣ ਫਿਰ ਬਾਬਾ ਨਾਨਕ ਜੀ ਸਿੱਖਿਆ ਦਿੰਦੇ ਆ ਦੋਨਾਂ ਨੂੰ, ਜੀਵ ਨੂੰ ਤੇ ਦੇਹੀ ਨੂੰ। ਤਾਜੀ ਤੁਰਕੀ ਸੋਇਨਾ ਰੂਪਾ, ਕੱਪੜ ਕੇਰੇ ਭਾਰਾ। ਤਾਜੀ ਕਹਿੰਦੇ ਆ ਘੋੜੇ ਨੂੰ, ਤੇ ਬੜੇ ਕੀਮਤੀ ਘੋੜੇ ਆ ਤੁਰਕ ਦੇ, ਤੁਰਕਸਤਾਨ ਦੇ। ਉੱਥੋਂ ਦੇ ਘੋੜਾ ਬੜਾ ਮਸ਼ਹੂਰ ਹੈ, ਕਿਤੋਂ ਦਾ ਲੋਹਾ ਬੜਾ ਮਸ਼ਹੂਰ ਹੈ, ਜੁਨਬੀ ਦੀ ਤਲਵਾਰ ਬੜੀ ਮਸ਼ਹੂਰ ਹੈ। ਇਵੇਂ ਤੁਰਕਸਤਾਨ ਦਾ ਘੋੜਾ ਬੜਾ ਮਸ਼ਹੂਰ ਹੈ, ਬੜਾ ਤਾਕਤਵਰ ਹੈ। ਕਹਿੰਦੇ ਬੰਦੇ ਨੇ
ਬੜੀਆਂ ਤਕੜੀਆਂ ਤਕੜੀਆਂ ਵਸਤੂਆਂ ਇਕੱਠੀਆਂ ਕਰ ਲਈਆਂ। ਕਈ ਬੰਦਿਆਂ ਦੇ ਘਰ ਤਾਂ ਗੱਡੀਆਂ ਇੰਨੀਆਂ ਖੜੀਆਂ ਕਿ ਕਈਆਂ ਤਾਂ ਖੜੀਆਂ ਹੀ ਰਹਿੰਦੀਆਂ, ਟਾਈਮ ਹੀ ਲੱਗਦਾ ਚਲਾਉਣ ਦਾ। ਉਹ ਲਿਆ ਕੇ ਖੜਾਤੀਆਂ, ਸ਼ੋ ਪੀਸ ਬਣਾਤੇ। ਕਿਧਰੇ ਗੱਡੀਆਂ, ਕਿਧਰੇ ਟਰੈਕਟਰ, ਕਿਧਰੇ ਹੋਰ ਵਸਤੂਆਂ ਲਿਆ ਕੇ ਐ ਲਾਤੀਆਂ ਬਰਾਂਡਿਆਂ 'ਚ। ਪਹਿਲਾਂ ਘੋੜੇ ਹੁੰਦੇ ਸੀ, ਲੋਕ ਪਹਿਲਾਂ ਘੋੜੇ ਇਕੱਠੇ ਕਰਦੇ ਸੀਗੇ, ਕੀਮਤੀ ਕੀਮਤੀ, ਇਹ ਲੱਖ ਦਾ, ਇਹ ਸਵਾ ਲੱਖ ਦਾ। ਗੁਰੂ ਸਾਹਿਬ ਦੇ ਕੋਲੇ ਵੀ ਕਈ ਘੋੜੇ ਇਸ ਤਰ੍ਹਾਂ ਆਏ, ਕਿਸੇ ਨੇ ਭੇਟਾ ਕੀਤੇ। ਪਾਤਸ਼ਾਹ ਕਹਿੰਦੇ ਉਹ ਜਿਹੜਾ ਸਮਾਨ ਤੂੰ ਇਕੱਠਾ ਕਰੀ ਜਾਣਾ ਸਰੀਰਾ, ਤੁਰਕਸਤਾਨ ਦੇ ਘੋੜੇ, ਸੋਨਾ ਚਾਂਦੀ, ਕੱਪੜ, ਕੇਰੇ, ਭਾਰਾ ਕੱਪੜ, ਮੇਰੀਆਂ ਇੰਨੀਆਂ ਪੁਸ਼ਾਕਾਂ। ਆ ਕਈ ਮੰਤਰੀ ਜੇ ਲੱਖਾਂ ਲੱਖਾਂ ਰੁਪਈਆਂ ਦੀਆਂ ਪੁਸ਼ਾਕਾਂ ਬਣਾ ਕੇ ਰੱਖਦੇ ਆ, ਜਨਤਾ ਦਾ ਪੈਸਾ ਬਰਬਾਦ ਕਰੀ ਜਾਂਦੇ ਆ। ਕੋਈ ਸਤਨਾਮ, ਉਹੀ ਪੈਸੇ ਨਾਲ ਜਨਤਾ ਨੂੰ, ਗਰੀਬ ਨੂੰ ਸੁੱਖ ਦਿੱਤਾ ਜਾ ਸਕਦਾ ਹੈ। ਪਾਤਸ਼ਾਹ ਕਹਿੰਦੇ ਜਿਹੜੇ ਕੱਪੜਿਆਂ ਦੀਆਂ ਪੰਡਾਂ ਬੰਨ੍ਹ ਰੱਖੀ ਜਾਣਾ, ਜਿਹੜਾ ਸੋਨਾ ਚਾਂਦੀ ਇਕੱਠਾ ਕਰ ਕਰਕੇ ਦੱਬੀ ਜਾਣਾ ਅੰਦਰ, ਕਈ ਵਾਰੀ ਕਿਸੇ ਦੀ ਪੋਲ ਖੁੱਲ੍ਹਦੀ ਹੈ, ਕਿਸੇ ਦਾ ਭੇਤ ਖੁੱਲ੍ਹਦਾ ਅਤੇ ਉਹਨਾਂ ਦੇ ਅੰਦਰੋਂ ਕਮਰਿਆਂ ਦੇ ਕਮਰੇ ਸੋਨੇ ਦੀਆਂ ਇੱਟਾਂ ਦੇ ਭਰੇ, ਚਾਂਦੀ ਦੇ ਭਰੇ, ਨੋਟਾਂ ਦੇ ਭਰੇ ਲੱਭਦੇ ਆ। ਹੁਣ ਤੁਸੀਂ ਦੱਸੋ ਵੀ ਉਹਨਾਂ ਨੇ ਇਕੱਠਾ ਕਰਕੇ ਰੱਖ ਲਿਆ ਉਹ ਪੈਸਾ ਕਿਸ ਕੰਮ? ਉਹ ਤਾਂ ਬੌਂਡ ਹੋ ਗਿਆ, ਕਿਸੇ ਕੰਮ ਨਹੀਂ। ਉਹ ਪੈਸਾ ਚੱਲਦਾ ਹੀ ਕੰਮ ਕਰਦਾ। ਇੱਕ ਨੇ ਪੈਸਾ ਦਿੱਤਾ, ਚੀਜ਼ ਖਰੀਦੀ, ਛਕ ਲਈ, ਕੰਮ ਆਇਆ ਉਹਨੇ ਪੈਸਾ ਅੱਗੇ ਵਰਤਿਆ ਤਾਂ ਉਸ ਨੇ ਕੋਈ ਵਸਤੂ ਖਰੀਦੀ, ਤੀਜੇ ਦੇ ਕੰਮ ਆ ਗਿਆ, ਚੌਥੇ ਦੇ ਕੰਮ ਆ ਗਿਆ। ਇਉਂ ਮਾਇਆ ਘੁੰਮਦੀ ਹੀ ਕੰਮ ਆਉਂਦੀ ਹੈ, ਇੱਕ ਥਾਂ 'ਤੇ ਬੌਂਡ ਕਰਕੇ ਰੱਖੀ ਕੰਮ ਨਹੀਂ ਆਉਂਦੀ। ਕਹੋ ਸਤਨਾਮ ਸ੍ਰੀ। ਪਰ ਭਾਰਤ ਨੂੰ ਜਿਹੜਾ ਕਿ ਸੋਨੇ ਦੀ ਚਿੜੀ ਕਹਾਉਂਦਾ ਸੀਗਾ, ਇਹਨੂੰ ਕੰਗਾਲ ਕਰਨ ਵਾਲੇ ਉਹੀ ਲੋਕ ਹੈ ਜਿਨ੍ਹਾਂ ਨੇ ਸਮਾਨ ਇਕੱਠਾ ਕਰ ਛੱਡਿਆ। ਔਰ ਬਾਬੇ ਨਾਨਕ ਵਰਗੇ ਫਕਰਾਂ ਨੇ, ਫਕੀਰਾਂ ਨੇ ਆ ਕਰਕੇ ਉਹਨਾਂ ਲੋਕਾਂ ਨੂੰ ਕਿਹਾ ਇਹਨੂੰ ਕੱਢੋ ਬਾਹਰ, ਇਹਨੂੰ ਚੱਲਦਾ ਕਰੋ, ਇਹ ਤੁਰਿਆ ਫਿਰਦਾ ਕੰਮ ਕਰਦਾ। ਜਿਸ ਤਰ੍ਹਾਂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਇੱਕ ਇਲਾਕੇ ਵਿੱਚ ਗਏ ਅਤੇ ਉਸ ਇਲਾਕੇ ਦੇ ਵਿੱਚ ਇੱਕ ਦੁਨੀ ਚੰਦ ਨਾਮ ਦਾ ਮਨੁੱਖ ਹੈ, ਔਰ ਉਹਨੇ ਆਪਣੇ ਘਰੇ ਸਰਾਧ ਕੀਤੇ ਹੋਏ ਆ, ਬੜੇ ਲੋਕ ਸੱਦੇ ਆ। ਕੁਦਰਤੀ ਫਕੀਰ ਜਾਣ ਕੇ ਵੀ ਆ ਸਾਧੂ 3 ਆਏ ਆ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਵੀ ਆਪਣੇ ਘਰੇ ਬੁਲਾ ਲੈਂਦੇ ਆ ਬੇਨਤੀ ਕਰਕੇ, ਅਤੇ ਪਾਤਸ਼ਾਹ ਜੀ ਦੇ ਸਾਹਮਣੇ ਪ੍ਰਸ਼ਾਦਾ ਲਿਆ ਕੇ ਰੱਖਦੇ ਆ। ਅਤੇ ਪਾਤਸ਼ਾਹ ਕਹਿੰਦੇ ਭਲਿਆ ਇਹ ਪ੍ਰਸ਼ਾਦਾ ਕਿਵੇਂ ਬਣਾਇਆ? ਕਹਿੰਦਾ ਜੀ ਮੇਰੇ ਬਾਪੂ ਦਾ ਸਰਾਧ ਹੈ। ਅਤੇ ਫਿਰ ਕਹਿੰਦੇ ਜੀ ਪੰਡਤ ਲੋਕ ਕਹਿੰਦੇ ਆ ਵੀ ਸਰਾਧਾਂ ਵਿੱਚ ਪ੍ਰਸ਼ਾਦਾ ਛਕਾਈਏ ਅਤੇ ਬਜ਼ੁਰਗਾਂ ਨੂੰ ਮਿਲ ਜਾਂਦਾ, ਮਰਿਆਂ ਨੂੰ। ਬਾਬਾ ਜੀ ਕਹਿੰਦੇ ਫਿਰ ਮਿਲ ਗਿਆ? ਕਹਿੰਦੇ ਜੀ ਪਤਾ ਨਹੀਂ, ਮੈਨੂੰ ਤਾਂ ਕੀ ਪਤਾ, ਉਹਨੂੰ ਬ੍ਰਾਹਮਣ ਕਹਿੰਦੇ ਉਵੇਂ ਕਰੀ ਜਾਂਦੇ ਆ। ਕਹੋ ਸਤਨਾਮ ਸੀ। ਅੱਛਾ ਫਿਰ ਮੈਂ ਦੱਸਾਂ ਮਿਲਿਆ ਕਿ ਨਹੀਂ? ਕਹਿੰਦੇ ਦੱਸੋ। ਕਹਿੰਦੇ ਤੇਰਾ ਬਾਪੂ ਤਾਂ ਬਘਿਆੜ ਬਣਿਆ ਹੋਇਆ, ਆਹ ਜੰਗਲ 'ਚ ਬੈਠਾ ਅਤੇ ਹੁਣ ਉਹ ਬੁੱਢਾ ਹੋ ਗਿਆ ਅਤੇ ਉਹਦੇ ਕੋਲੋਂ ਸ਼ਿਕਾਰ ਕੀਤਾ ਨਹੀਂ ਜਾਂਦਾ ਅਤੇ ਉਹ ਕਈ ਦਿਨਾਂ ਤੋਂ ਭੁੱਖਾ ਹੈ। ਆ ਤੇਰਾ ਸਰਾਧ ਵੀ ਉਹਦੇ ਕੋਲੇ ਨਹੀਂ ਪਹੁੰਚਿਆ। ਅੱਖਾਂ ਚਮਕੀਆਂ, ਹੈਰਾਨ ਹੋਇਆ। ਅੱਛਾ ਮਹਾਰਾਜ, ਹਾਂ ਜਾ, ਆ ਲੈ ਜਾ ਪ੍ਰਸ਼ਾਦੇ ਵਾਲਾ ਥਾਲ ਚੱਕ ਕੇ ਉੱਥੇ ਇਹ ਪਾਸੇ ਜਾ, ਜੰਗਲ ਵਿੱਚ ਇੱਕ ਤੈਨੂੰ ਬੈਠਾ ਹੋਇਆ ਬਹੁਤ ਬੁੱਢਾ ਸ਼ੇਰ ਬਘਿਆੜ ਮਿਲੂਗਾ। ਉਹ ਤੈਨੂੰ ਕੁਛ ਨਹੀਂ ਕਹਿ ਸਕਦਾ ਕਿਉਂਕਿ ਹੁਣ ਉਹ ਤੋਂ ਤੁਰਿਆ ਨਹੀਂ ਜਾਂਦਾ, ਉੱਠਿਆ ਨਹੀਂ ਜਾਂਦਾ। ਉਹਦੇ ਮੂਹਰੇ ਥਾਲ ਰੱਖ ਜਾ ਕੇ ਅਤੇ ਕਹਿ ਦੀ ਖਾ ਬਾਪੂ ਰੋਟੀ, ਤੇਰਾ ਬਾਪੂ ਆ ਉਹਦੇ ਵਿੱਚ। ਕਹੋ ਸਤਨਾਮ। ਕਮਾਲ ਹੋ ਗਈ। ਦੁਨੀ ਚੰਦ ਲੈ ਕੇ ਗੁਰੂ ਪਿਆਰਿਓ ਜਦੋਂ ਉਹ ਪ੍ਰਸ਼ਾਦੇ ਵਾਲਾ ਥਾਲ ਉੱਥੇ ਪਹੁੰਚਿਆ ਅਤੇ ਵਾਕਿਆ ਹੀ ਅੱਗੇ ਇੱਕ ਬਘਿਆੜ ਮਿਲਿਆ ਅਤੇ ਉਸ ਦੇ ਮੂਹਰੇ ਥਾਲ ਰੱਖ ਕੇ ਨਾ ਬਾਪੂ ਰੋਟੀ ਖਾ ਲਾ। ਹੁਣ ਉਹ ਭੁੱਖਾ ਸੀਗਾ, ਭਾਵੇਂ ਕਿ ਪਹਿਲਾਂ ਉਹ ਮਾਸ ਖਾਣ ਦਾ ਆਦੀ ਸੀ, ਪਰ ਭੁੱਖ ਦਾ ਮਾਰਿਆ ਤਾਂ ਫਿਰ ਅੱਜ ਰੋਟੀ ਖਾ ਗਿਆ। ਭੁੱਖ ਦੇ ਮਾਰੇ ਸ਼ੇਰਾਂ ਨੂੰ ਘਾਹ ਵੀ ਖਵਾਤਾ ਰੱਬ ਨੇ। ਕਹੋ ਸਤਨਾਮ ਸੀ। ਘਾਹ ਖਾਣ ਤਿੰਨਾ ਮਾਸ ਖਵਾ ਲੇ, ਮਾਸ ਖਾਣ ਵਾਲਿਆਂ ਨੂੰ ਘਾਹ ਖਵਾਤਾ, ਘਾਹ ਖਾਣ ਵਾਲਿਆਂ ਨੂੰ ਮਾਸ ਖਵਾਤਾ। ਆ ਗਊਆਂ ਘਾਹ ਖਾਂਦੀਆਂ, ਵਿਚਾਰੀਆਂ ਲਿਫਾਫੇ ਵੀ ਖਾਂਦੀਆਂ ਫਿਰਦੀਆਂ। ਕਹੋ ਸਤਨਾਮ ਸੀ। ਇਹ ਪਰਮੇਸ਼ਰ ਦੀ ਕੁਦਰਤ ਵੇਖੋ, ਉਹ ਕੁਛ ਵੀ ਕਰ ਸਕਦਾ। ਅਤੇ ਜਿਸ ਵੇਲੇ ਉਹ ਥਾਲੀ ਵਾਲਾ ਸਮਾਨ ਖਾ ਗਿਆ ਨਾ, ਉਸ ਦਾ ਉਧਾਰ ਹੋ ਗਿਆ। ਬਾਬਾ ਜੀ ਨੇ ਕਿਰਪਾ ਦ੍ਰਿਸ਼ਟੀ ਪਾ ਕੇ ਉਹ ਪ੍ਰਸ਼ਾਦਾ ਭੇਜਿਆ, ਉਹਨੇ ਛਕਿਆ ਅਤੇ ਉਹਦਾ ਉਧਾਰ ਹੋ ਗਿਆ, ਉਹਦਾ ਸਰੀਰ ਛੁੱਟ ਗਿਆ। ਜਾਂ ਸਰੀਰ ਛੁੱਟਿਆ ਅਤੇ ਉਸ ਦਾ ਜਿਹੜਾ ਸਰੀਰ ਦੇ ਵਿੱਚੋਂ ਦੇਹ ਸੀਗੀ, ਦੇਹ ਦੇ ਵਿੱਚੋਂ ਜਿਹੜਾ ਅਜੀਬ ਆਤਮਾ ਸੀ ਉਹ ਬਾਹਰ ਆਈ, ਬਾਹਰ ਨਿਕਲਿਆ।
ਦੁਨੀ ਚੰਦ ਦੇ ਸਾਹਮਣੇ ਖੜ ਗਿਆ। ਦੁਨੀ ਚੰਦ ਕਹਿੰਦਾ ਬਾਪੂ ਤੂੰ ਇੱਥੇ ਕਿਵੇਂ? ਕਹਿੰਦਾ ਬਸ ਪੁੱਛ ਨਾ, ਤੈਨੂੰ ਪਤਾ ਮੈਂ ਮਾਸ ਖਾਣ ਦਾ ਆਦੀ ਸੀਗਾ। ਜਦੋਂ ਮੇਰੀ ਮੌਤ ਹੋਈ ਤੇ ਆਪਣੇ ਗੁਆਂਢ ਵਿੱਚ ਮਾਸ ਬਣਿਆ ਸੀ ਤੇ ਮੈਂ ਇਰਾਦਾ ਕੀਤਾ ਜੇ ਕਿਤੇ ਮੈਨੂੰ ਮਿਲ ਜੇ ਭੋਰਾ। ਬਹੁਤ ਸਵਾਦ ਬਣਿਆ ਕਿਉਂਕਿ ਖੁਸ਼ਬੂ ਬਦਬੂ ਦੇ ਨਾਲ ਹੀ ਉਹ ਸਮਝ ਗਿਆ। ਪਰ ਮੈਂ ਉਸੇ ਹੀ ਖਿਆਲ ਵਿੱਚ ਮਰ ਗਿਆ ਕਿਉਂਕਿ ਹੁਣ ਮੰਗ ਤਾਂ ਸਕਿਆ ਨਾ, ਮਰਨ ਕਿਨਾਰੇ ਪਿਆ ਸੀਗਾ। ਫੁਰਨਾ ਬਣ ਗਿਆ ਵੀ ਮਾਸ ਖਾਣਾ ਸੀ, ਫੁਰਨਾ ਬਣ ਗਿਆ ਤੇ ਉਸ ਫੁਰਨੇ 'ਚ ਹੀ ਮਰ ਗਿਆ। ਤੇ ਫਿਰ ਮੈਨੂੰ ਕਹਿੰਦਾ ਬਘਿਆੜ ਬਣਾਤਾ ਰੱਬ ਨੇ ਵੀ ਜਾ ਤੂੰ ਮਾਸ ਹੀ ਖਾ ਲਾ ਪਹਿਲਾਂ, ਫਿਰ ਆ ਜੀ ਮੇਰੇ ਕੋਲ। ਉਦੋਂ ਦਾ ਇੱਥੇ ਆ। ਅੱਜ ਤੇਰੇ ਘਰੇ ਕੌਣ ਆ ਗਿਆ ਜਿਹਦੇ ਕਰਕੇ ਉਧਾਰ ਹੋਇਆ? ਕਹਿੰਦੇ ਇੱਕ ਫਕੀਰ ਆਇਆ, ਉਹਨੇ ਭੇਜਿਆ ਤੇਰੇ ਬਾਰੇ, ਉਹਨੇ ਦੱਸਿਆ ਮੈਨੂੰ। ਕਹਿੰਦਾ ਅੱਜ ਮੇਰੀ ਮੁਕਤੀ ਹੋਈ ਆ, ਹੁਣ ਮੈਂ ਚੱਲਿਆ ਸੱਚਖੰਡ ਨੂੰ। ਦੁਨੀ ਚੰਦ ਵਾਪਸ ਘਰੇ ਆ ਗਿਆ, ਆ ਕੇ ਪੈਰੀ ਪੈ ਗਿਆ, ਵਾਹ ਮਹਾਰਾਜ ਕਮਾਲ ਕਰਤੀ, ਮੇਰਾ ਤਾਂ ਪਿਓ ਬਘਿਆੜ ਜੂਨ 'ਚ ਫਸਿਆ ਹੋਇਆ ਸੀ, ਵਾਕਿਆ ਹੀ ਅੱਜ ਨਿਕਲਿਆ। ਮਹਾਰਾਜ ਹੋਰ ਕੋਈ ਸੇਵਾ ਦੱਸੋ ਹੁਣ ਮੈਨੂੰ। ਸੇਵਾ ਆਹ ਸੂਈ ਲੈ ਜਾ, ਆਹ ਸੂਈ ਲੈ ਜਾ, ਇਹ ਸਾਂਭ ਕੇ ਰੱਖੀ ਸਾਡੀ, ਤੇ ਤੈਥੋਂ ਸੱਚਖੰਡ ਵਿੱਚ ਦਰਗਾਹ ਵਿੱਚ ਲਵਾਂਗੇ। ਹੁਣ ਦੁਨੀ ਚੰਦ ਖੁਸ਼ ਐਡਾ ਹੋ ਗਿਆ, ਉਹਨੂੰ ਦੁਬਾਰੇ ਉਹਦੇ ਪਿਓ ਦੇ ਦਰਸ਼ਨ ਕਰਾਤੇ। ਜਦੋਂ ਬੰਦਾ ਬਹੁਤ ਖੁਸ਼ ਹੁੰਦਾ ਉਦੋਂ ਵੀ ਸਾਡਾ ਮੱਤ ਕੰਮ ਛੱਡ ਜਾਂਦੀ ਹੈ, ਦੁੱਖ ਵਿੱਚ ਵੀ ਛੱਡ ਜਾਂਦੀ ਹੈ। ਕਹੋ ਸਤਨਾਮ ਸ੍ਰੀ। ਇਹ ਬਹੁਤ ਖੁਸ਼ ਹੋਇਆ ਤੇ ਸੂਈ ਫੜੀ ਬਾਬਾ ਜੀ ਤੋਂ ਘਰੇ ਵਗ ਗਿਆ ਘਰ ਵਾਲੀ ਕੋਲੇ। ਕਹਿੰਦਾ ਭਾਗਵਾਨੇ ਮਹਾਂਪੁਰਸ਼ਾਂ ਨੇ ਸੇਵਾ ਲਾਈ ਆ, ਸੂਈ ਸਾਂਭ ਕੇ ਰੱਖ ਦੇ। ਕਹਿੰਦੀ ਫਿਰ ਕੀ ਕਰਨਾ ਇਹਦਾ? ਉਹ ਕਹਿੰਦੇ ਆ ਤੇਰੇ ਕੋਲ ਦਰਗਾਹ 'ਚ ਲਵਾਂਗੇ। ਕਹਿੰਦੀ ਭਲਿਆ ਮਾਨਸਾ ਨਾਲ ਤਾਂ ਕੁਛ ਵੀ ਨਹੀਂ ਜਾਂਦਾ ਹੈਗਾ, ਤੂੰ ਦਰਗਾਹ ਸੂਈ ਕਿਵੇਂ ਨਾਲ ਲੈ ਜਾਏਗਾ? ਕਹਿੰਦੇ ਗੱਲ ਤਾਂ ਠੀਕ ਹੈ ਤੇਰੀ, ਜਾ ਹੁਣੇ ਮੋੜ ਕੇ ਆਓ ਉਹਨਾਂ ਨੂੰ, ਕਹਿੰਦੇ ਜੀ ਇਹ ਸੇਵਾ ਤਾਂ ਬਹੁਤ ਔਖੀ ਆ। ਕਹੋ ਸਤਨਾਮ ਸੀ। ਕਹਿੰਦਾ ਜੀ ਆਹ ਸੂਈ ਤਾਂ ਸਾਂਭ ਲਓ ਆਪਦੀ। ਕਹਿੰਦੇ ਕਿਉਂ ਸੇਵਾ ਨਹੀਂ ਕਰਦਾ? ਕਹਿੰਦਾ ਜੀ ਇਹ ਤਾਂ ਨਹੀਂ ਹੁੰਦੀ। ਕਿਉਂ? ਨਾਲ ਤਾਂ ਕੋਈ ਜਾਂਦਾ ਹੀ ਨਹੀਂਗਾ। ਅੱਜ ਕੱਲ੍ਹ ਲੋਕ ਵਿਖਾਵਾ ਕਰਦੇ ਆ, ਵੱਡੀਆਂ ਕੋਠੀਆਂ ਪਾ ਕੇ, ਵੱਡੀਆਂ ਗੱਡੀਆਂ ਲਿਆ ਕੇ, ਵੱਡਾ ਮਹਿੰਗਾ ਮਹਿੰਗਾ ਸਮਾਨ ਕੇ ਲੈ ਕੇ ਗੁਆਂਢੀ ਕਹਿਣ ਵੀ ਇਹ ਬੰਦਾ ਅਮੀਰ ਹੈ। ਉਦੋਂ ਵਿਖਾਵਾ ਕਰਦੇ ਸੀਗੇ ਜਿਹਦੇ ਕੋਲੇ ਜਿੰਨੇ ਪੈਸੇ ਹੁੰਦੇ, ਲੱਖ ਰੁਪਈਆ ਤੇ ਘਰ ਦੇ ਉੱਤੇ ਇੱਕ ਝੰਡਾ ਲਾ ਦਿੰਦੇ। 2 ਲੱਖ ਹੁੰਦਾ 2 ਲਾਉਂਦੇ। ਇਹਦੇ ਘਰ ਤੇ 7 ਝੰਡੇ ਲੱਗੇ ਹੋਏ ਸੀਗੇ। ਪਤਾ ਲੱਗਦਾ ਸੀ ਵੀ ਇਹਦਾ 7 ਲੱਖ ਦਾ ਮਾਲਕ ਹੈ ਇਹ ਬੰਦਾ ਉਸ ਵੇਲੇ, ਬਾਬੇ ਨਾਨਕ ਜੀ ਦੇ ਸਮੇਂ। ਜਦੋਂ ਨੇ ਕਿਹਾ ਨਾ ਸੂਈ ਤਾਂ ਨਾਲ ਨਹੀਂ ਜਾਂਦੀ, ਫਿਰ ਬਾਬਾ ਜੀ ਕਹਿੰਦੇ ਜਿਹੜੀ ਮਾਇਆ ਇਕੱਠੀ ਕਰਕੇ ਰੱਖੀ ਹੈ ਇਹਦਾ ਕੀ ਕਰੇਗਾ? ਇਹ ਨਾਲ ਲੈ ਜਾਏਗਾ? ਇਹ ਬੰਦ ਕਰਕੇ ਰੱਖਦੀ ਹੈ, ਚੱਲਦੀ ਫਿਰਦੀ ਕੰਮ ਕਰਦੀ ਆ। ਕਹਿੰਦਾ ਜੀ ਗੱਲ ਤਾਂ ਤੁਹਾਡੀ ਸਹੀ ਹੈ, ਫਿਰ ਇਹ ਵੀ ਨਾਲ ਨਹੀਂ ਜਾਂਦੀ। ਫਿਰ ਬੰਦ ਕਰਕੇ ਰੱਖੀ ਉਹਨੇ ਤਾਂ ਕੀ ਕਰੇਗਾ? ਤੂੰ ਕੱਲ ਨੂੰ ਮਰ ਜਾਏਗਾ, ਤੂੰ ਵੀ ਤਾਂ ਮਰੇਗਾ ਨਾ ਇੱਕ ਦਿਨ। ਕਹਿੰਦੇ ਹਾਂ ਜੀ। ਫਿਰ ਇਹ ਮਾਇਆ ਕਿਸ ਕੰਮ ਆਊਗੀ? ਇੱਥੇ ਬੰਨੀ ਪਈ ਰਹਿ ਜਾਊਗੀ ਬੰਦ ਕੀਤੀ। ਫਿਰ ਬੰਦੇ ਦਾ ਖਿਆਲ ਹੈ ਵੀ ਜਿਹੜਾ ਕੰਮ ਨਹੀਂ ਵੀ ਹੋ ਸਕਦਾ, ਕੋਸ਼ਿਸ਼ ਕਰਦਾ ਵੀ ਉਹ ਵੀ ਕਿਵੇਂ ਨਾ ਕਿਵੇਂ ਹੋ ਜਾਏ। ਕਹਿੰਦਾ ਜੀ ਕਿਵੇਂ ਨਾਲ ਜਾ ਸਕਦੀ ਆ? ਕਹਿੰਦੇ ਨਾਲ ਜਾ ਸਕਦੀ ਹੈ ਇਸ ਮਾਇਆ ਨਾਲ, ਕੋਈ ਲੋੜਵੰਦਾਂ ਦੀ ਗਰੀਬਾਂ ਦੀ ਮਦਦ ਕਰਦੇ, ਲੰਗਰ ਚਲਾ ਦੇ, ਸਾਧੂਆਂ ਦੀ ਸੇਵਾ ਕਰਦੇ, ਭੁੱਖਿਆਂ ਨੰਗਿਆਂ ਨੂੰ ਪ੍ਰਸ਼ਾਦਾ ਪਾਣੀ ਕੱਪੜਾ ਆਦਿ ਦੇ ਦੇ। ਫਿਰ ਉਹ ਦੁਨੀ ਚੰਦ ਨੇ ਆਪਣੇ ਉਹ 7 ਲੱਖ ਰੁਪਈਆ ਇਸ ਤਰ੍ਹਾਂ ਸੰਗਤਾਂ ਦੀ, ਜਨਤਾ ਦੀ ਸੇਵਾ 'ਚ ਲਾ ਦਿੱਤਾ। ਕਹੋ ਸਤਨਾਮ ਸ੍ਰੀ। ਤਾਂ ਮੈਂ ਸਾਖੀ ਤਾਂ ਸੁਣਾਈ ਇਸ ਪੰਕਤੀ ਦੇ ਅਰਥ ਕਰਨ ਵਾਸਤੇ। ਬਾਬਾ ਜੀ ਕਹਿੰਦੇ ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ ਤਾਜਕ, ਤੁਰਕਸਤਾਨ ਦੇ ਘੋੜੇ ਸੋਨਾ ਚਾਂਦੀ, ਮਹਿੰਗੀਆਂ ਮਹਿੰਗੀਆਂ ਪੁਸ਼ਾਕਾਂ ਜਿਨ੍ਹਾਂ ਨੂੰ ਅੰਦਰ ਪਈਆਂ ਨੂੰ ਕੀੜਾ ਲੱਗ ਜਾਂਦਾ, ਮੁੜ ਕੇ ਸਿੱਟਣੀਆਂ ਪੈਂਦੀਆਂ। ਪੇਟੀਆਂ ਦੇ ਵਿੱਚ ਨਾ ਬੀਬੀਆਂ ਦੇ ਇੰਨੇ ਸੂਟ ਇਕੱਠੇ ਹੋ ਜਾਂਦੇ ਆ, ਜਿਹੜਾ ਇੱਕ ਵਾਰੀ ਪਾ ਲਿਆ ਨਾ ਉਹ ਦੁਬਾਰੇ ਨਹੀਂ ਪਾਉਣਾ, ਮੈਨੂੰ ਹੋਰ ਲਿਆ ਕੇ ਦੇ। ਇਹ ਤਾਂ ਮੈਂ ਉਸ ਵਿਆਹ 'ਤੇ ਪਾਇਆ ਸੀ, ਹੁਣ ਦੂਜੇ ਵਿਆਹ 'ਤੇ ਜਾਣਾ। ਕਹੋ ਸਤਨਾਮ ਸੀ। ਤੇ ਘੱਟੋ ਘੱਟ ਉਹ ਪਏ ਕੱਪੜੇ ਕਿਸੇ ਗਰੀਬ ਨੂੰ ਵੰਡ ਦਿਓ, ਕੋਈ ਹੋਰ ਸਿਰ ਢੱਕ ਲੇ, ਸਰੀਰ ਢੱਕ ਲੇ। ਪਏ ਪਏ ਪੁਰਾਣੇ ਹੋ ਜਾਂਦੇ ਆ। ਬਾਬਾ ਜੀ ਕਹਿੰਦੇ ਨੇ ਕੱਪੜਿਆਂ ਦੀਆਂ ਪੰਡਾਂ ਬੰਨ ਬੰਨ ਕੇ ਰੱਖੀ ਜਾਂਦਾ, ਕਿਸ ਹੀ ਨਾਲ ਨਾ ਚੱਲੈ ਨਾਨਕ, ਝੜ ਝੜ ਪਏ ਗਵਾਰਾ। ਓਏ ਮੂਰਖਾ, ਇਹ ਸਮਾਨ ਤੇਰੇ ਨਾਲ ਜਾਣ ਵਾਲਾ ਨਹੀਂ। ਤੇ ਬੰਦਾ ਇੱਕ ਦੂਜੇ ਦੇ ਮੂਹਰ ਦੀ ਹੋ ਕੇ ਝੜ ਝੜ ਡਿੱਗ ਡਿੱਗ ਕੇ ਫੜਦਾ। ਕੋਈ
ਕਹਿ ਦੇ ਨਾ ਫਰੀ ਆ ਸਮਾਨ, ਆ ਲੈ ਜਾਓ ਚੱਕ ਕੇ। ਇੱਕ ਦੂਜੇ ਦੇ ਉੱਤੋਂ ਦੀ ਡਿੱਗ ਡਿੱਗ ਕੇ ਚੱਕਦੇ ਆ। ਕਹੋ ਸਤਨਾਮ ਸ੍ਰੀ। ਆ ਡਿਪੂ ਤੇ ਸੰਸੀ ਕਣਕ ਆਈ ਆ, ਜੇ ਉੱਥੇ ਸਿਸਟਮ ਜਾਂ ਨਾ ਹੋਵੇ ਤਾਂ ਇੱਕ ਦੂਜੇ ਦੇ ਮੂਹਰ ਦੀ ਪਹਿਲਾਂ ਮੈਨੂੰ ਦੇ, ਪਹਿਲਾਂ ਮੈਨੂੰ ਦੇ। ਕਹੋ ਸਤਨਾਮ ਸ੍ਰੀ। ਚਲੋ ਇਹ ਤਾਂ ਖਾਣ ਪੀਣ ਦੀ ਵਸਤੂ ਹੈ। ਪਾਤਸ਼ਾਹ ਕਹਿੰਦੇ ਮਨੁੱਖ ਜਿਹੜਾ ਹੈ ਘਰ ਦੇ ਵਿੱਚ ਸਭ ਕੁਝ ਹੁੰਦਿਆਂ ਹੋਇਆਂ ਵੀ ਇੱਕ ਦੂਜੇ ਦੇ ਮੂਹਰ ਦੀ ਹੋ ਕੇ ਡਿੱਗਦਾ ਹੈ ਇਕੱਠਾ ਕਰਨ ਵਾਸਤੇ। ਕਿਸੇ ਹੀ ਨਾਲ ਨਾ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਕੂਜਾ ਮੇਵਾ ਮੈਂ ਸਭ ਕੁਛ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਹਾਰਾ। ਕੂਜਾ ਮਿਸਰੀ ਖੰਡ ਤੇ ਮੇਵਾ ਫਲ ਫਰੂਟ, ਸੁੱਕੇ ਮੇਵੇ, ਬਦਾਮ, ਕਾਜੂ ਆਦਿ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਲੀਏ ਇਹ ਰਸ ਵੀ ਸਾਰੇ ਲੈ ਲਏ ਹੋਣੇ ਆ ਤੂੰ ਖਾ ਪੀ ਕੇ, ਪਰ ਕਹਿੰਦੇ ਕਦੇ ਨਾਮ ਦਾ ਰਸ ਲੈ ਕੇ ਦੇਖ। ਹੁਣ ਕਹੋ ਸਤਨਾਮ ਸ੍ਰੀ। ਆ ਜਿਹੜੀਆਂ ਵਸਤੂਆਂ ਇਕੱਠੀਆਂ ਕੀਤੀਆਂ ਤੇਰੇ ਨਾਲ ਨਹੀਂ ਜਾਣੀਆਂ। ਇਹ ਜਿਹੜਾ ਖਾਣ ਪੀਣ ਦਾ ਸਮਾਨ ਹੈ ਮੈਂ ਵੀ ਖਾਧਾ ਹੈ, ਤੂੰ ਵੀ ਖਾ ਕੇ ਦੇਖ ਲਿਆ ਹੋਣਾ। ਕੂਜਾ ਮੇਵਾ ਮੈਂ ਸਭ ਕੇ ਚਾਖਿਆ। ਬੰਦੇ ਨੇ ਸਾਰੇ ਰਸ ਲੈ ਲਏ। ਬਾਬਾ ਫਰੀਦ ਦੀ ਗੱਲ ਕਰੀਏ ਇੱਥੇ ਆਪਾਂ। ਬਾਬਾ ਫਰੀਦ ਜੀ ਬਚਪਨ ਵਿੱਚ ਤੇ ਮਾਤਾ ਸਿਆਣੀ ਮਾਤਾ ਬਾਬਾ ਫਰੀਦ ਦੀ ਕਹਿੰਦੇ ਪੁੱਤਰ ਨਮਾਜ਼ ਕਰਿਆ ਕਰ। ਬੱਚਾ ਅੱਗੋਂ ਸਵਾਲ ਕਰਦਾ ਫਿਰ ਕੀ ਹੋਊ? ਬਾਬਾ ਜੀ ਕਹਿੰਦੇ ਫਿਰ ਕੀ ਹੋਊ? ਮਾਂ ਨੇ ਸੋਚਿਆ ਵੀ ਹੁਣ ਕੀ ਜਵਾਬ ਦੇਵਾਂ ਜਵਾਕ ਨੂੰ, ਲਾਉਣਾ ਸੀ ਨਵਾਜ਼ ਤੇ। ਕਹਿੰਦੀ ਫਿਰ ਸ਼ੱਕਰ ਮਿਲੂਗੀ। ਆਪਣੇ ਪਤਾਸਿਆਂ ਦਾ ਪ੍ਰਸ਼ਾਦ ਹੈ, ਕੜਾਹ ਪ੍ਰਸ਼ਾਦ ਹੈ, ਉਹਨਾਂ ਦੇ ਸ਼ੱਕਰ ਦਾ ਪ੍ਰਸ਼ਾਦ ਹੈ। ਮੁਸਲਮਾਨ ਮੱਤ ਵਿੱਚ ਸ਼ੱਕਰ ਚੜਾਈ ਜਾਂਦੀ ਹੈ ਜ਼ਿਆਦਾ। ਤੋ ਮਾਤਾ ਕਹਿੰਦੀ ਪੁੱਤ ਫਿਰ ਸ਼ੱਕਰ ਮਿਲੂਗੀ। ਹੁਣ ਸ਼ੱਕਰ ਮਿੱਠੀ ਹੁੰਦੀ ਹੈ ਤੇ ਜਵਾਕ ਨੂੰ ਮਿੱਠੇ ਨਾਲ ਪਿਆਰ ਹੈ ਤੇ ਫਿਰ ਤਾਂ ਗੱਲ ਬਣ ਗਈ। ਜੇ ਸ਼ੱਕਰ ਮਿਲ ਫਿਰ ਤਾਂ ਮੈਂ ਨਵਾਜ਼ ਕਰ ਲਿਆ ਕਰੂੰਗਾ। ਹੁਣ ਬਾਬਾ ਫਰੀਦ ਉਹ ਸ਼ੱਕਰ ਖਾਣ ਦੇ ਲਾਲਚ ਵਿੱਚ ਨਵਾਜ਼ ਕਰਨ ਲੱਗ ਪਿਆ। ਮਾਂ ਨੇ ਇੱਕ ਜੁਗਤੀ ਨਾਲ ਜੋੜਤਾ। ਚਾਦਰ ਵਿਛਾਉਂਦਾ, ਉਹਦੇ ਉੱਤੇ ਬੈਠ ਕੇ ਨਵਾਜ਼ ਕਰਦਾ ਤੇ ਅਸ਼ੋਪਲੇ ਮਾਂ ਮਗਰ ਦੀ ਹੋ ਕੇ ਉਹਦੇ ਹੇਠਾਂ ਇੱਕ ਭਾਂਡੇ ਵਿੱਚ ਜਾਂ ਪੁੜੀ ਬੰਨ੍ਹ ਕੇ ਸ਼ੱਕਰ ਦੀ ਰੱਖ ਦਿੰਦੀ ਆ। ਜਦੋਂ ਚਾਦਰ ਚੱਕਦਾ ਨਵਾਜ਼ ਕਰਕੇ ਥੱਲਿਓਂ ਸ਼ੱਕਰ ਮਿਲਦੀ ਆ, ਖਾ ਲੈਂਦਾ। ਕਾਫੀ ਸਮਾਂ ਲੰਘ ਗਿਆ। ਲਗਭਗ ਬਾਬੇ ਫਰੀਦ ਦਾ ਨੇਮ ਇਹ ਬਣ ਗਿਆ, ਪੱਕਾ ਜਿਹਾ ਹੋ ਗਿਆ ਪੂਰਾ। ਮੈਂ ਹੁਣ ਨਵਾਜ਼ ਨਹੀਂ ਛੱਡਣੀ। ਸ਼ੱਕਰ ਖਾਣ ਦਾ ਲਾਲਚ ਹੋ ਗਿਆ ਮਿੱਠੇ ਦਾ। ਸਮਾਂ ਬਤੀਤ ਹੁੰਦਾ ਗਿਆ। ਮਾਂ ਨੂੰ ਕਿਤੇ ਗਰਾਂ ਜਾਣਾ ਪੈ ਗਿਆ, ਕਿਧਰੇ ਵਾਂਢੇ ਜਾਣਾ ਪੈ ਗਿਆ ਰਿਸ਼ਤੇਦਾਰੀ 'ਚ। ਸ਼ਾਮਾਂ ਨੂੰ ਮੁੜਿਆ ਨਾ ਗਿਆ ਤੇ ਉੱਥੋਂ ਮਾਂ ਨੇ ਬੇਨਤੀ ਕੀਤੀ ਅੱਲਾ ਪਾਕ ਦੇ ਅੱਗੇ, ਪਰਮੇਸ਼ਰ ਦੇ ਅੱਗੇ। ਕਹਿੰਦੀ ਹੇ ਅੱਲਾ ਪਾਕ ਪਰਵਦਗਾਰ, ਮੈਂ ਆਪਣਾ ਫਰਜ਼ ਨਿਭਾਤਾ, ਬੱਚੇ ਨੂੰ ਤੇਰੇ ਨਾਲ ਜੋੜਤਾ ਸੀਗਾ, ਚਾਹੇ ਸ਼ੱਕਰ ਦੇ ਬਹਾਨੇ ਜੁੜ ਗਿਆ, ਪਰ ਅੱਜ ਮੈਂ ਪਹੁੰਚ ਨਹੀਂ ਸਕਦੀ। ਅੱਜ ਮੇਰੀ ਪਹੁੰਚ ਨਹੀਂ, ਤੇਰੀਆਂ ਬਾਹਾਂ ਪਹੁੰਚਦੀਆਂ, ਪਰ ਮੈਂ ਨਹੀਂ ਪਹੁੰਚ ਸਕਦੀ। ਉਹ ਨੇਮ ਨਾਲ ਬੈਠੂਗਾ ਨਵਾਜ਼ ਕਰਨ, ਜੇ ਅੱਜ ਉਹਨੂੰ ਸ਼ੱਕਰ ਨਾ ਮਿਲੀ ਤੇ ਉਸਨੇ ਟੁੱਟ ਜਾਣਾ। ਕਹੋ ਸਤਨਾਮ ਸ੍ਰੀ। ਜੋੜ ਦੇ। ਮਾਂ ਨੇ ਉੱਥੋਂ ਅਰਦਾਸ ਕੀਤੀ ਜਿੱਥੇ ਬੈਠੀ ਆ। ਊਡੈ ਊੜ ਆਵੈ ਸਹਿ ਕੋਸ਼ਾ ਤਿਸ ਪਾਸੈ, ਬਚਰੇ ਸ਼ਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰੇ। ਮਾਂ ਦੀ ਅਰਦਾਸ ਅੱਲਾ ਨੇ ਸੁਣੀ, ਪਰਮੇਸ਼ਰ ਨੇ ਸੁਣੀ। ਬਾਬੇ ਫਰੀਦ ਨੇ ਨੇਮ ਨਾਲ ਫਿਰ ਆ ਕੇ ਸੁਬਾਹ ਉੱਠ ਕੇ ਨਵਾਜ਼ ਕੀਤੀ ਚਾਦਰ ਵਿਛਾ ਕੇ। ਜਦੋਂ ਉੱਠ ਕੇ ਚਾਦਰ ਇਕੱਠੀ ਕੀਤੀ ਤੇ ਥੱਲੇ ਸ਼ੱਕਰ ਦਾ ਢੇਰ ਲੱਗਿਆ ਪਿਆ। ਆਪਾਂ ਤਾਂ ਥੋੜ੍ਹਾ ਜਿਹਾ ਦੇ ਸਕਦੇ ਹਾਂ, ਰੱਬ ਤਾਂ ਖੁੱਲ੍ਹੇ ਗੱਫੇ ਦਿੰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਾਸੈ ਕਾਮ ਤਿਨ। ਜੋ ਮੰਗਿਆ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਕਿਉਂਕਿ ਨਵਾਜ਼ ਕਰਦਿਆਂ ਇਹੀ ਖਿਆਲ ਸੀ ਬਾਬੇ ਦੇ, ਫਿਰ ਸ਼ੱਕਰ ਮਿਲੂਗੀ। ਤੇ ਜਿਸ ਵੇਲੇ ਉੱਠਿਆ ਤੇ ਅੱਜ ਪੁੜੀ 'ਚ ਨਹੀਂ, ਕੌਲੀ 'ਚ ਨਹੀਂ, ਸ਼ੱਕਰ ਦਾ ਢੇਰ ਲੱਗਿਆ ਪਿਆ ਥੱਲੇ ਚਾਦਰ ਦੇ। ਤੇ ਅੱਜ ਉਸ ਨੇ ਜੇਬਾਂ ਵੀ ਭਰ ਲਈਆਂ ਸਾਰੀਆਂ ਕੁੜਤੇ ਪਜਾਮਿਆਂ ਦੀਆਂ, ਮੁੱਠੀਆਂ ਵੀ ਭਰ ਲਈਆਂ, ਰੱਜ ਲਿਆ। ਬੜਾ ਖੁਸ਼ ਹੋਇਆ ਵੀ ਅੱਜ ਤਾਂ ਬੜਾ ਸ਼ੱਕਰ ਮਿਲੀ ਆ। ਦੂਜੇ ਤੀਜੇ ਦਿਨ ਜਦ ਬੇਬੇ ਮੁੜ ਕੇ ਆਈ ਤੇ ਆ ਕੇ ਪੁੱਛਦੀ ਪੁੱਤ ਕੱਲ੍ਹ ਸ਼ੱਕਰ ਮਿਲ ਗਈ ਸੀ? ਕੱਲ੍ਹ ਤਾਂ ਇੰਨੀ ਮਿਲੀ ਮੈਂ ਖਾ ਖਾ ਕੇ ਰੱਜ ਗਿਆ।
ਫਿਰ ਦੱਸੀ ਸਾਰੀ ਕਹਾਣੀ। ਜੇ ਮੈਂ ਚਾਦਰ ਚੱਕੀ ਥੱਲੇ ਸ਼ੱਕਰ ਦਾ ਢੇਰ ਲੱਗਿਆ ਪਿਆ ਸੀ। ਉਹਨੇ ਕਹਿੰਦੀ ਸ਼ੁਕਰ ਹੈ ਅੱਲਾ, ਤੂੰ ਮੇਰੀ ਲਾਜ ਰੱਖ ਲਈ, ਹੁਣ ਤੇਰੇ ਨਾਲ ਜੁੜਿਆ ਰਹੂਗਾ। ਚਲੋ ਨਵਾਜ਼ ਦੇ ਵਿੱਚ ਪੱਕਾ ਹੋ ਗਿਆ ਬਾਬਾ ਫਰੀਦ। ਸਮਾਂ ਬਤੀਤ ਹੁੰਦਾ ਗਿਆ। ਹੁਣ ਬਾਬੇ ਫਰੀਦ ਨੂੰ ਮਾਂ ਨੇ ਭਗਤੀ ਵਿੱਚ ਪਾਇਆ ਅਤੇ ਭਗਤੀ ਦੇ ਵਾਸਤੇ ਹੁਣ ਬਾਬਾ ਫਰੀਦ ਜੰਗਲਾਂ ਵੱਲ ਜਾਣ ਲੱਗ ਪਿਆ। ਪਹਿਲੀ ਵਾਰ ਗਿਆ, 12 ਸਾਲਾਂ ਬਾਅਦ ਮੁੜਿਆ। ਅਤੇ ਗੁਰੂ ਪਿਆਰਿਓ 12 ਸਾਲ ਬਾਬੇ ਫਰੀਦ ਨੇ ਫਿਰ ਕਹਿੰਦੇ ਜਦੋਂ ਭੁੱਖ ਲੱਗਣੀ, ਕੰਦ ਮੂਲ ਫਲ ਫਰੂਟ ਖਾਣਾ ਜੀ, ਉਹ ਵੀ ਨਾ ਲੱਭਣਾ, ਅਤੇ ਫਿਰ ਕੋਮਲ ਪੱਤੇ ਸੂਤ ਕੇ ਖਾਣੇ ਦਰਖਤਾਂ ਦੇ। ਪਰ ਇੰਨੇ ਸਮੇਂ 'ਚ ਕਹਿੰਦੇ ਕੇਸ ਜਿਹੜੇ ਜੁੜ ਗਏ, ਜਟਾਂ ਬਣ ਗਈਆਂ। ਜਦੋਂ ਮਾਂ ਬੈਠ ਕੇ ਸੰਭਾਲਣ ਲੱਗੀ, ਨਵਾਇਆ ਧਵਾਇਆ, ਕੇਸਾਂ ਨੂੰ ਸਵਾਰਨ ਲੱਗੀ, ਪੀੜ ਲੱਗੇ। ਇਹ ਥੋੜ੍ਹਾ ਸੀ ਕਰੇ। ਬੇਬੇ ਕਹਿੰਦੀ ਪੁੱਤ ਜਦੋਂ ਤੂੰ ਦਰਖਤਾਂ ਦੇ ਪੱਤੇ ਸੂਤ ਖਾਂਦਾ ਸੀ ਤਾਂ ਉਹਨਾਂ ਦੇ ਪੀੜ ਵੀ ਲੱਗਦੀ ਹੋਊ। ਕਹਿੰਦੀ ਗੱਲ ਤਾਂ ਠੀਕ ਹੈ, ਉੱਥੇ ਵੀ ਜੀਵ ਹੈ। ਫੇਰ ਗਏ ਭਗਤੀ ਕਰਨ। ਇੱਕ ਦਿਨ ਬੈਠੇ ਆ ਦਰਖਤ ਹੇਠਾਂ। ਹੁਣ ਅੰਮ੍ਰਿਤ ਵੇਲੇ ਆਪਾਂ ਵੀ ਨਾਮ ਜਪਦੇ ਹਾਂ, ਜਾਨਵਰ ਵੀ ਜਪਦੇ ਆ। ਮੋਰ ਮੀਨ ਮਿਰਗ ਪੰਖੇਰੂ ਜੋ ਬੋਲਤ ਹੈ, ਬਿਨ ਹਰ ਜਾਪਤ ਹੈ ਨਹੀਂ ਹੋਰ। ਉਹ ਚਿੜੀਆਂ ਵੀ ਦਰਖਤ 'ਤੇ ਬੈਠੀਆਂ ਚੀਂ ਕਰਨ ਲੱਗੀਆਂ। ਇਹ ਥੱਲੇ ਬੈਠਾ ਭਗਤੀ ਕਰਦਾ ਹੈ। ਡਿਸਟਰਬ ਜਿਹਾ ਹੋ ਗਿਆ, ਕਹਿੰਦਾ ਮਰ ਜਾਓ ਪਰੇ। ਇੰਨਾ ਕਹਿਣਾ ਸੀ, ਚਿੜੀਆਂ ਦਾੜ ਥੱਲੇ ਡਿੱਗ ਪਈਆਂ। ਕਹੋ ਸਤਨਾਮ ਸ੍ਰੀ। ਜਾਂ ਡਿੱਗੀਆਂ ਅਤੇ ਫਿਰ ਮਨ ਉਦਾਸ ਹੋ ਗਿਆ ਵੀ ਆਹ ਕੀ ਹੋ ਗਿਆ ਯਾਰ, ਮੈਂ ਕਾਹਨੂੰ ਕਹਿਣਾ ਸੀਗਾ, ਮੈਨੂੰ ਕੀ ਪਤਾ ਸੀ ਐ ਬਚਨ ਪੂਰੇ ਹੋ ਜਾਣਗੇ। ਫਿਰ ਦੁਬਾਰੇ ਕਹਿੰਦਾ ਚੱਲ ਉੱਡ ਜਾਓ ਪਰੇ। ਉੱਡ ਜਾਓ ਕਹਿਆ ਤਾਂ ਉੱਡ ਗਈਆਂ। ਫਿਰ ਮਨ 'ਚ ਮਾਣ ਹੋ ਗਿਆ ਵੀ ਯਾਰ ਮੇਰੇ ਤਾਂ ਬਚਨ ਪੂਰੇ ਹੋਣ ਲੱਗ ਪਏ, ਮੇਰੀ ਭਗਤੀ ਪੂਰੀ ਹੋ ਗਈ। ਉੱਥੋਂ ਬਾਬਾ ਫਰੀਦ ਫਿਰ ਘਰ ਨੂੰ ਚੱਲ ਪਿਆ। ਪਰ ਹਜੇ ਗੁਰੂ ਵਾਲਾ ਨਹੀਂ ਸੀ ਬਣਿਆ। ਬੇਬੇ ਨੇ ਜੋੜਿਆ ਸੀਗਾ ਪਰ ਗੁਰੂ ਧਾਰਨ ਨਹੀਂ ਸੀ ਕੀਤਾ। ਪਰਮੇਸ਼ਰ ਨੇ ਵੇਖਿਆ ਵੀ ਭਗਤੀ ਚੰਗੀ ਹੋ ਗਈ ਇਹਦੀ, ਹੁਣ ਇਹਨੂੰ ਗੁਰੂ ਵਾਲਾ ਜ਼ਰੂਰ ਬਣਾਈਏ। ਇਹ ਤੁਰਿਆ ਆ ਰਿਹਾ ਰਸਤੇ ਦੇ ਵਿੱਚ, ਇਹਨੂੰ ਪਿਆਸ ਲੱਗੀ। ਜਦੋਂ ਪਿਆਸ ਲੱਗੀ ਨਾ ਤੇ ਕੀ ਵੇਖਦਾ, ਸਾਹਮਣੇ ਖੂਹ ਦੇ ਉੱਤੋਂ ਇੱਕ ਬੀਬੀ ਪਾਣੀ ਕੱਢ ਕੇ ਡੋਲ ਰਹੀ ਆ। ਖੂਹ 'ਚੋਂ ਡੋਲਾ ਭਰਦੀ ਆ ਅਤੇ ਡੋਲ ਦਿੰਦੀ ਆ, ਭਰਦੀ ਆ ਡੋਲ ਦਿੰਦੀ ਆ। ਬਾਬਾ ਫਰੀਦ ਜੀ ਖੜ ਗਏ, ਕਹਿੰਦੇ ਬੇਟਾ ਥੋੜ੍ਹਾ ਪਾਣੀ ਪਿਆ ਦੇ। ਉਹਨੇ ਬਾਬੇ ਦੀ ਗੱਲ ਨਾ ਸੁਣੀ। ਭਰਦੀ ਆ ਡੋਲ ਦਿੰਦੀ ਆ, ਭਰ ਜੋ ਬੇਟਾ ਪਾਣੀ ਥੋੜ੍ਹਾ ਪੀਣਾ ਸੀ, ਖਾਲੀ ਨਾ ਸੁਣੀ। ਕਹਿੰਦਾ ਭਾਈ ਡੋਲੀ ਵੀ ਜਾਂਦੀ ਆ, ਘੁੱਟ ਮੈਨੂੰ ਪਿਆ ਦੇ। ਉਹ ਕਹਿੰਦੀ ਬਾਬਾ ਐਵੇਂ ਹੀ ਡੋਲੀ ਜਾਂਦੀ ਮੈਂ, ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਆ 9 ਕੋਹ 'ਤੇ, ਇਹ ਪਾਣੀ ਉੱਥੇ ਜਾ ਰਿਹਾ ਹੈ। ਕੋਈ ਸਤਨਾਮ ਸ੍ਰੀ। ਇਹ ਫਰੀਦ ਦੀਆਂ ਚਿੜੀਆਂ ਨਹੀਂ, ਕਦੇ ਮਰ ਜਾਓ ਕਦੇ ਜਿਉਂਦੀਆਂ ਹੋ ਜਾਓ। ਹੈਂ ਕਮਾਲ ਹੋ ਗਈ। ਕਿੱਥੇ ਤੁਰ ਕੇ ਮੈਂ ਆ ਗਿਆ ਅਤੇ ਕਿੱਥੇ ਚਿੜੀਆਂ ਦੀ ਘਟਨਾ ਘਟੀ ਸੀ ਪਿੱਛੇ। ਉਹ ਤੂੰ ਤਾਂ ਕਿਧਰੇ ਗਈ ਅਤੇ ਕਹਿੰਦਾ ਤੈਨੂੰ ਕੀ ਪਤਾ ਭਾਈ ਵੀ ਫਰੀਦ ਨੇ ਚਿੜੀਆਂ ਮਾਰ ਕੇ ਜਿਉਂਦੀਆਂ ਕੀਤੀਆਂ। ਪਤਾ ਮੈਨੂੰ ਪਤਾ ਲੱਗ ਜਾਂਦਾ ਹੈ, ਅੰਤਰਜਾਮਤਾ ਹੋ ਜਾਂਦੀ ਹੈ। ਫਿਰ ਵੀ ਕਿਵੇਂ? ਕਹਿੰਦੀ ਮੈਂ ਆਪਣੇ ਪਤੀ ਦੀ ਸੇਵਾ ਕੀਤੀ ਆ। ਇਸਤਰੀ ਵਾਸਤੇ ਪਤੀ ਪਰਮੇਸ਼ਰ ਹੈ। ਜੇ ਦੋਨਾਂ ਦੀ ਮੀਜ਼ਾ ਮਿਲ ਜੇ ਤੇ ਤੁਹਾਡਾ ਘਰ ਹੀ ਸਵਰਗ ਬਣ ਜਾਣਾ। ਕਹੋ ਸਤਨਾਮ ਸ੍ਰੀ। ਉਹ ਕਹਿੰਦੀ ਮੈਂ ਪਤੀ ਦੀ ਸੇਵਾ ਕਰਕੇ ਪ੍ਰਾਪਤ ਕੀਤੀ ਆ। ਬਾਬਾ ਬੰਦੇ ਨੂੰ ਗੁਰੂ ਵਾਲਾ ਬਣਨਾ ਚਾਹੀਦਾ। ਆਇਆ ਉਹ ਪਰਮੇਸ਼ਰ ਹੀ ਸੀਗਾ, ਉੱਥੇ ਕੋਈ ਖੋਹ ਨਹੀਂ ਸੀ, ਕੁਛ ਹੋਰ ਨਹੀਂ ਸੀ। ਐਟ ਏ ਟਾਈਮ ਪਰਮੇਸ਼ਰ ਨੇ ਰਚਨਾ ਰਚੀ ਸੀ, ਮੈਂ ਫਰੀਦ ਨੂੰ ਹੁਣ ਗੁਰੂ ਵਾਲਾ ਬਣਾਵਾਂ, ਇਹਨੂੰ ਕੋਈ ਦੱਸਾਂ ਵੀ ਹੁਣ ਤੂੰ ਕਿਸੇ ਰੱਬ ਦੇ ਪੈਰ ਦੇ ਲੜ ਲੱਗ, ਤੈਨੂੰ ਰਸਤਾ ਮਿਲੇ ਸਹੀ। ਉਹਨੇ ਸਾਰੇ ਪੁੱਛਿਆ ਵੀ ਕਿਵੇਂ ਬਣਿਆ। ਕਹਿਣ ਲੱਗੀ ਇੱਕ ਦਿਨ ਰਾਤ ਦੀ ਗੱਲ ਹੈ ਅਤੇ ਅਸੀਂ ਪਏ ਹਾਂ ਅਤੇ ਪਿਆ ਸੁੱਤਾ ਮੈਨੂੰ ਕਹਿੰਦਾ ਪਾਣੀ ਪੀਣਾ ਸੀ। ਮੈਂ ਉੱਠੀ, ਜਾਗ ਆਈ, ਮੈਂ ਭੱਜ ਕੇ ਪਾਣੀ ਦਾ ਕੌਲਾ ਭਰ ਕੇ ਲਿਆਂਦਾ। ਆਈ ਤੇ ਆਉਂਦੀ ਨੂੰ ਫਿਰ ਸੌਂ ਗਿਆ। ਮੈਂ ਸੋਚਿਆ ਵੀ ਜੇ ਇਹ ਮੈਂ ਆਵਾਜ਼ ਮਾਰੀ ਇਹਦੀ ਨੀਂਦ ਖਰਾਬ ਹੋ ਜਾਊਗੀ, ਅਤੇ ਜੇ ਮੈਂ ਕੌਲਾ ਧਰ ਕੇ ਸੌਂ ਗਈ, ਇਹਨੂੰ ਤੇਹ ਲੱਗੀ, ਇਹਨੇ ਫਿਰ ਪਾਣੀ ਮੰਗਣਾ। ਅਤੇ ਮੈਂ ਖੜੀ ਰਹੀ ਘੰਟਾ 2 ਘੰਟੇ 3 ਘੰਟੇ। ਫਿਰ ਕਿਤੇ ਪਾਣੀ ਦਾ ਪਤਾ ਲੱਗਿਆ, ਮੈਨੂੰ ਪਿਆਸ ਲੱਗੀ ਆ। ਫਿਰ ਕਹਿੰਦਾ ਪਾਣੀ ਪੀਣਾ ਸੀ। ਮੈਂ ਕਿਹਾ ਲਓ ਜੀ।
ਉਹ ਹੈਰਾਨ ਹੋ ਗਿਆ, ਉੱਠ ਕੇ ਮੈਨੂੰ ਕਹਿੰਦਾ ਤੂੰ ਐਡੀ ਛੇਤੀ ਕਿਵੇਂ ਪਾਣੀ ਲਿਆਈ? ਕਹਿੰਦੀ ਮੈਂ ਤਾਂ 2-4 ਘੰਟੇ ਹੋ ਗਏ ਖੜੀ ਨੂੰ, ਤੁਸੀਂ ਪਹਿਲਾਂ ਹੀ ਪਾਣੀ ਮੰਗਿਆ ਸੀ, ਮੈਂ ਤਾਂ ਉਹਦੀ ਪਾਣੀ ਲਈ ਖੜੀ ਹਾਂ। ਬਸ ਉਸ ਨੇ ਮੇਰੇ ਵੱਲ ਖੁਸ਼ ਹੋ ਕੇ ਦੇਖਿਆ ਹੀ ਆ, ਕਿਰਪਾ ਕਟਾਖਿਆ ਅਵਲੋਕਨ ਕੀਨੋ ਦਾਸ ਕਾ ਦੁਖ ਨਾਨਕ ਨਜ਼ਰੀ ਨਜ਼ਰ ਨਿਹਾਲ। ਜਦੋਂ ਮੇਰੇ ਪਤੀ ਨੇ ਮੇਰੇ ਵੱਲ ਖੁਸ਼ ਹੋ ਕੇ ਦੇਖਿਆ, ਬਸ ਐਸੀ ਪਾਵਰ ਆ ਗਈ ਤੇ ਦੂਰ ਦੂਰ ਘਟਨਾ ਹੋਣ ਵਾਲੀ ਪਤਾ ਲੱਗ ਜਾਂਦੀ ਹੈ। ਤੈਨੂੰ ਗੁਰੂ ਵਾਲੇ ਬਣਨਾ ਚਾਹੀਦਾ। ਉੱਥੋਂ ਬਾਬੇ ਨੂੰ ਹੁਕਮ ਹੋਇਆ ਵੀ ਤੂੰ ਗੁਰੂ ਵਾਲਾ ਬਣ। ਫਿਰ ਉਹ ਇੱਕ ਸਾਧੂ ਕੋਲੇ ਜਾਂਦਾ, ਮਹਾਂਪੁਰਸ਼ ਕੋਲੇ ਜਾਂਦਾ ਹੈ, ਉਹਦੀ ਸੇਵਾ ਕਰਨੀ ਸ਼ੁਰੂ ਕਰਦਾ ਹੈ। ਲੰਬੀ ਸੇਵਾ ਉਹਦੀ ਹੋ ਗਈ ਔਰ ਉਹਦਾ ਗੁਰੂ ਕਹਿੰਦਾ ਸਿਆਲ ਦੇ ਦਿਨਾਂ ਵਿੱਚ ਕਹਿੰਦਾ ਫਰੀਦ ਪਾਣੀ ਗਰਮ ਕਰਕੇ ਇਸ਼ਨਾਨ ਕਰਾਇਆ ਕਰ ਜਾ। ਕਹਿਣ ਲੱਗਿਆ ਜੀ ਠੀਕ ਆ। ਉਸ ਦਿਨ ਤੋਂ ਉਹਨੇ ਅੱਗ ਮਚਾਉਣੀ, ਉੱਠ ਕੇ ਆਪਣੇ ਉਸਤਾਦ ਨੂੰ ਮਹਾਂਪੁਰਸ਼ ਨੂੰ ਇਸ਼ਨਾਨ ਕਰਾਉਣਾ ਪਾਣੀ ਗਰਮ ਕਰਕੇ। ਪਹਿਲਾਂ ਡੱਬੀਆਂ ਨਹੀਂ ਸੀ ਹੁੰਦੀਆਂ, ਲੋਕ ਅੱਗ ਚੁੱਲ੍ਹੇ ਵਿੱਚ ਨੱਪ ਕੇ ਰੱਖਦੇ ਸੀਗੇ। ਉਹ ਧੁਖੀ ਜਾਂਦੀ, ਤੜਕੇ ਉੱਠ ਕੇ ਫਿਰ ਭਖਾ ਲੈਂਦੇ। ਅੱਜ ਕੀ ਹੋਇਆ, ਮੀਂਹ ਆ ਗਿਆ, ਝੱਖੜ ਹਨੇਰੀ ਆ ਗਈ ਤੇ ਉਹ ਅੱਗ ਬੁਝ ਗਈ। ਜਦੋਂ ਅੱਗ ਬੁਝ ਗਈ ਤੇ ਫਿਰ ਗਵਾਂਢੀਆਂ ਨੇ ਪਿੰਡ 'ਚੋਂ ਅੱਗ ਲੈਣ ਤੁਰਿਆ। ਹੁਣ ਰਾਤ ਦਾ ਸਮਾਂ, ਦੁਨੀਆ ਸੁੱਤੀ ਪਈ ਹੈ ਸਾਰੀ, ਤੇ ਸਾਧੂ ਉੱਠਦੇ ਆ ਰਾਤ ਦੇ 2 ਵਜੇ, 1:30 ਵਜੇ, 1 ਵਜੇ। ਇਹ ਚੱਲਿਆ ਅੱਗ ਲੈਣ ਵਾਸਤੇ, ਕੋਈ ਟੱਕਰਿਆ ਨਾ, ਤੇ ਅਖੀਰ ਇੱਕ ਘਰ ਦੇ ਵਿੱਚ ਬਾਰੀ 'ਚੋਂ ਦੀਵਾ ਜਗਦਾ ਦਿਸਿਆ। ਦੇਖਿਆ ਵੀ ਉੱਥੇ ਕੋਈ ਹੈਗਾ। ਉਹ ਬਾਰੀ ਦੇ ਸਾਹਮਣੇ ਜਾ ਖੜਿਆ ਤੇ ਅੱਗੇ ਇੱਕ ਇਸਤਰੀ ਵੈਸੀ ਹੈ। ਅਸਲ ਉਹ ਘਰ ਸੀਗਾ ਬੇਸਵਾ ਦਾ। ਜਾਂ ਰਾਤ ਨੂੰ ਚੋਰ ਜਾਗਦੇ ਆ, ਜਾਂ ਵਿਸ਼ੇ ਵਿਕਾਰੀ ਜਾਗਦੇ ਆ, ਜਾਂ ਫਿਰ ਨਾਮ ਜਪਣ ਵਾਲੇ ਜਾਗਦੇ ਆ। ਉਹ ਬੇਸਵਾ ਅੰਦਰ ਬੈਠੀ ਆ ਬਾਰੀ ਦੇ ਸਾਹਮਣੇ, ਤੇ ਬਾਬਾ ਜੀ ਨੇ ਸਹਿਜ ਸੁਭਾ ਕਿਹਾ ਬੀਬੀ ਆ ਥੋੜ੍ਹੀ ਅੱਗ ਦਿਓ, ਅੱਗ ਚਾਹੀਦੀ ਆ। ਉਹ ਅੱਗੋਂ ਮਜ਼ਾਕ ਦੇ ਵਿੱਚ ਕਹਿੰਦੀ ਬਾਬਾ ਅੱਗ ਦੇ ਪੈਸੇ ਲੱਗਦੇ ਆ, ਅੱਗ ਵੀ ਫਰੀ ਨਹੀਂ ਮਿਲਦੀ ਇੱਥੇ, ਆਨਾ ਲੱਗੂਗਾ। ਬਾਬਾ ਕਹਿੰਦਾ ਪੈਸੇ ਤਾਂ ਹੈ ਨਹੀਂ ਬੇਟਾ, ਆ ਤੇਰੀਆਂ ਅੱਖਾਂ 'ਚ ਆਨੇ ਹੀ ਆ। ਉਹ ਹਾਂ ਹੈਗਾ। ਉਂਗਲ ਮਾਰੀ ਤੇ ਅੱਖ ਦਾ ਆਨਾ ਕੱਢ ਕੇ ਧਰਤਾ ਮੂਹਰੇ। ਉਹ ਬਾਬਾ ਜੀ ਕਾਹ ਕੀ ਕਰਤਾ ਤੁਸੀਂ? ਕਹਿੰਦੇ ਤੂੰ ਮੰਗਿਆ ਸੀ ਆਪਾਂ ਕੱਢਤਾ, ਹੁਣ ਫੜ ਚੱਕ। ਚਲੋ ਉੱਥੋਂ ਅੱਗ ਲਿਆਇਆ, ਅੱਗ ਮਚਾਈ, ਅੱਖ ਤੇ ਪੱਟੀ ਬੰਨ੍ਹ ਲਈ, ਦਬ ਦੁਬ ਕੇ ਲੀਰ ਨਾਲ ਇੱਥੋਂ ਨੱਪ ਕੇ ਤੇ ਇਹਨੂੰ ਬੰਨ੍ਹ ਲਿਆ, ਤੇ ਅੱਗ ਲਿਆ ਕੇ ਪਾਣੀ ਗਰਮ ਕੀਤਾ, ਉਸਤਾਦ ਦਾ ਇਸ਼ਨਾਨ ਕਰਾਇਆ। ਜਦੋਂ ਇਸ਼ਨਾਨ ਕਰ ਲਿਆ ਮਹਾਂਪੁਰਸ਼ਾਂ ਨੇ ਉੱਠ ਕੇ ਤੇ ਕਹਿੰਦੇ ਫਰੀਦਾ ਇਹ ਅੱਖ ਕਿਉਂ ਬੰਨੀ ਆ? ਕਹਿੰਦਾ ਜੀ ਆਈ ਹੋਈ ਆ, ਭਾਵ ਦੁਖਣੀ ਆਈ ਨੂੰ ਕਹਿੰਦੇ ਆ ਆਈ ਹੋਈ ਆ। ਕਹਿੰਦਾ ਜੀ ਆਈ ਹੋਈ ਆ। ਕਹਿੰਦੇ ਆ ਗਈ ਤੇ ਫਿਰ ਹੁਣ ਕਿਉਂ ਬੰਨੀ ਆ? ਖੋਲ ਇਹਨੂੰ। ਆ ਗਈ। ਸਤਿਗੁਰ ਕਿਹਾ ਕਿ ਜੋ ਪੱਟੀ ਖੋਲੀ ਤੇ ਅੱਖ ਸਹੀ ਸਲਾਮਤ। ਥੋੜ੍ਹੀ ਜਿਹੀ ਛੋਟੀ ਆਈ ਆ। ਫਰੀਦ ਦਾ ਗੁਰੂ ਕਹਿੰਦਾ ਹੰਕਾਰ ਨਹੀਂ ਕਰਨਾ, ਥੋੜ੍ਹੀ ਛੋਟੀ ਆਈ ਆ, ਆਪਾਂ ਰੱਬ ਦੀ ਬਰਾਬਰ ਨਹੀਂ ਕਰ ਸਕਦੇ। ਜਾਂ ਤੇਰੀ ਭਗਤੀ ਪੂਰੀ ਹੋਈ, ਅੱਜ ਤੋਂ ਬਾਅਦ ਜਿਹੜੇ ਤੇਰੇ ਚੇਲੇ ਬਣਨਗੇ ਉਹਨਾਂ ਦੀ ਇੱਕ ਅੱਖ ਛੋਟੀ ਹੋ ਜਾਇਆ ਕਰੂਗੀ। ਕਹੋ ਸਤਿਨਾਮ। ਬਾਬੇ ਫਰੀਦ ਦੇ ਸੇਵਕਾਂ ਨਹੀਂ ਕਹਿੰਦੇ ਉਸ ਦਿਨ ਤੋਂ ਇੱਕ ਅੱਖ ਛੋਟੀ ਹੋ ਜਾਂਦੀ, ਇੱਕ ਵੱਡੀ ਰਹਿੰਦੀ। ਉਹ ਫਰੀਦ ਫਿਰ ਨਾਮ ਦਾ ਰਸ ਆਇਆ। ਮੈਂ ਬੇਨਤੀ ਕਰ ਰਿਹਾ ਸੀਗਾ, ਆਤਮਾ ਨੂੰ, ਦੇਹੀ ਨੂੰ, ਜੀਵ ਨੂੰ ਪਾਤਸ਼ਾਹ ਗਿਆਨ ਦਿੰਦੇ ਆ। ਉਹ ਤੂੰ ਹੋਰ ਵੀ ਸਾਰਾ ਕੁਝ ਖਾ ਖਾ ਕੇ ਵੇਖਿਆ, ਕਦੇ ਨਾਮ ਦਾ ਰਸ ਪੀ ਕੇ ਵੇਖਿਆ? ਪੂਜਾ ਮੇਵਾ ਮੈਂ ਸਭ ਕੇ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ, ਨਾਮ ਵੀ ਜਪਿਆ ਕਰੋ, ਨਾਲੇ ਜੀਵ ਆਤਮਾ ਜਪੇ, ਨਾਲੇ ਦੇਹੀ ਜਪੇ। ਹੁਣ ਤੁਸੀਂ ਕਹੋਗੇ ਦੋਨਿਆਂ ਦਾ ਕੀ ਮਤਲਬ ਜਪਣ ਦਾ? ਦੇਹੀ ਜਪ ਰਹੀ ਆ, ਜੀਵ ਕਿਧਰੇ ਹੋਰ ਫਿਰਦਾ। ਕਹੋ ਸਤਿਨਾਮ। ਆਪਾਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਆ ਬੈਠੇ, ਪਰ ਉਹ ਨਾਲ ਨਹੀਂ ਬੈਠ ਕੇ ਕਰਦਾ। ਸਵਾਦ ਤਾਂ ਆਉਣੇ ਦੋਨੇ ਇਕੱਠੇ ਜਪਣਗੇ। ਤੇ ਬਾਬਾ ਨਾਨਕ ਦੋਨਾਂ ਦਾ ਸਾਖੀ ਹੈ, ਦੋਨਾਂ ਨੂੰ ਗਿਆਨ ਦਿੰਦਾ। ਬਾਬੇ ਫਰੀਦ ਨੂੰ ਫਿਰ ਸਵਾਦ ਆਇਆ, ਨਾਮ ਦਾ ਰਸ ਜਦੋਂ ਆਇਆ ਨਾ, ਗੁਰੂ ਵਾਲਾ ਬਣ ਤੋਂ ਬਾਅਦ ਆਇਆ। ਜਦੋਂ ਨਾਮ ਦਾ ਰਸ ਆਇਆ ਤੇ ਫਿਰ ਉਹ ਕਹਿ ਉੱਠੇ, ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਂਝਾ ਦੁੱਧ, ਸਭੇ ਵਸਤੂ ਮਿੱਠੀਆਂ, ਰੱਬ ਨਾ ਪੁੱਜਣ ਤੁਧ। ਸ਼ੱਕਰ ਬਚਪਨ 'ਚ ਖਾਧੀ, ਖੰਡ ਵੀ ਵੇਖੀ, ਨਿਵਾਤ ਹੁੰਦੀ ਆ ਮਿਸ਼ਰੀ, ਇਹ ਵੀ ਖਾ ਕੇ ਦੇਖੀ ਆ। ਮਾਂਝਾ ਅੰਬ, ਅੰਬ ਵੀ ਖਾ ਕੇ ਦੇਖੇ, ਬੜੇ ਸਵਾਦ ਸੀ।
ਦੁੱਧ ਪੀਤਾ ਉਹ ਵੀ ਸਵਾਦ ਸੀ, ਪਰ ਹੁਣ ਤੇਰਾ ਅੰਮ੍ਰਿਤ ਪੀ ਕੇ ਵੇਖਿਆ, ਨਾਮ ਦਾ ਰਸ ਲਿਆ, ਇਹ ਸਭ ਤੋਂ ਸਵਾਦ ਹੈ, ਇਹਦੇ ਬਰਾਬਰ ਕੋਈ ਵੀ ਨਹੀਂ ਹੈਗਾ। ਕਹੋ ਸਤਨਾਮ ਸ੍ਰੀ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓਂ ਸ਼ਹਿਦ ਵੀ ਖਾ ਕੇ ਦੇਖਿਆ, ਮਾਝਾ ਅੰਬ ਵੀ ਖਾਦੇ, ਦੁੱਧ ਵੀ ਪੀਤਾ, ਇਹ ਸਾਰੇ ਬਹੁਤ ਸਵਾਦਲੇ ਰਸ ਹੈ, ਪਰ ਤੇਰੇ ਨਾਮ ਦੇ ਬਰਾਬਰ ਨਹੀਂ ਪੁੱਜਦੇ ਮਹਾਰਾਜ। ਅੱਜ ਪਤਾ ਲੱਗਿਆ ਵੀ ਸ਼ੱਕਰ ਤੋਂ ਵੀ ਬਿਠਾ ਹੈ। ਤਾਂ ਕਿਤੇ ਬੇਬੇ ਨੇ ਸ਼ੱਕਰ ਖਵਾਈ ਸੀ ਬਚਪਨ ਵਿੱਚ ਨਾਮ ਦੇ ਬਦਲੇ। ਹਾਂ, ਪ੍ਰੀਤਮ ਜੀ ਕਹਿੰਦੇ ਭਲਿਆ ਇਹ ਪਣੀਆਂ ਪੰਡਾ ਬੰਨ ਘਰੇ ਕੱਪੜੇ ਰੱਖੀਆਂ ਨਾ, ਇਹ ਕੱਪੜੇ ਕੱਢ ਦੇਣੇ ਚਾਹੀਦੇ, ਜਿਹੜੇ ਵਾਧੂ ਹੋਣ ਨਾ ਲੋੜਵੰਦਾਂ ਨੂੰ ਫੜਾ ਦੇਣੇ ਚਾਹੀਦੇ ਆ। ਕੋਈ ਸਤਨਾਮ। ਜੇ ਤੁਸੀਂ ਪਾਉਣੇ ਹੀ ਨਹੀਂ ਗਏ ਮੈਂ ਪੈਸੇ ਖਰਾਬ ਹੀ ਹੋਣਗੇ। ਇੱਕੋ ਹੀ ਸੂਟ ਸਕੀਰੀਆਂ 'ਚ ਘੁੰਮਦਾ ਰਹਿੰਦਾ, ਲੈਣ ਦੇਣ 'ਚ ਉਹੀ ਘੁੰਮਦਾ ਰਹਿੰਦਾ। ਲੈ ਕੁੜਿਆ ਤੂੰ ਆਹ ਕੁੜੀ ਨੂੰ ਦੇ ਦੇ, ਕੁੜੀ ਨੇ ਕਹਾ ਭੂਆ ਨੂੰ ਦੇਤਾ, ਭੂਆ ਨੇ ਕਹਾ ਮਾਮੀ ਨੂੰ ਦੇਤਾ, ਮੈਂ ਹੀ ਘੁੰਮਦਾ ਰਹਿੰਦਾ, ਕਿਵੇਂ ਮੁੜ ਕੇ ਉਹੀ ਘਰੇ ਫੇਰ ਆ ਜਾਂਦਾ। ਕਹੋ ਸਤਨਾਮ ਸੀ। ਅਸਲ ਵਿੱਚ ਲੋੜਵੰਦਾਂ ਨੂੰ ਦੇਣਾ ਚਾਹੀਦਾ, ਜਿਨ੍ਹਾਂ ਕੋਲੇ ਵਿਚਾਰਿਆਂ ਕੋਲੇ ਕੱਪੜੇ ਵਧੀਆ ਨਹੀਂ ਹੈਗੇ, ਉਹ ਤੁਹਾਡੇ ਪਾ ਕੇ ਟੈਂਟ ਪਾ ਲੈਣ। ਬਾਬਾ ਜੀ ਇਹੀ ਕਹਿੰਦੇ ਆ। ਤਾਜੀ ਤੁਰਕੀ ਸੋਇਨਾ ਰੂਪਾ ਕੱਪੜ ਕੇਰੇ ਭਾਰਾ, ਕੱਪੜਾਂ ਦੀਆਂ ਪੰਡਾਂ ਬੰਨ੍ਹਵਾ ਰੱਖੀ ਜਾਣਾ, ਕਿਸ ਹੀ ਨਾਲ ਨ ਚੱਲੇ ਨਾਨਕ, ਝੜ ਝੜ ਪਏ ਗਵਾਰਾ। ਓਏ ਮੂਰਖਾ ਕਿਉਂ ਡਿੱਗ ਡਿੱਗ ਪੈਣਾ, ਆ ਵੀ ਮੇਰਾ ਆ ਵੀ ਮੇਰਾ। ਇਹ ਸਭ ਝੜ ਜਾਣਗੇ ਜਦੋਂ ਤੂੰ ਮਰ ਗਿਆ ਨਾ, ਅੱਗ 'ਚ ਰੱਖਤਾ ਤੇ ਕੱਪੜੇ ਵੀ ਉੱਥੇ ਮੱਚ ਕੇ ਝੜ ਜਾਣਗੇ। ਕਹੋ ਸਤਨਾਮ ਸ੍ਰੀ। ਨਾਲ ਨਹੀਂ ਜਾਣੇ ਇਹ। ਕੂਜਾ ਮੇਵਾ ਮੈਂ ਸਭ ਕੇ ਚਾਖਿਆ, ਇੱਕ ਅੰਮ੍ਰਿਤ ਨਾਮ ਤੁਮਾਰਾ। ਸਾਰੀਆਂ ਮਿੱਠੀਆਂ ਵਸਤੂਆਂ, ਖੰਡ ਮੇਵੇ ਬਦਾਮ ਕਾਜੂ ਆਦਿ ਪਿਸਤੇ, ਸੁੱਕੇ ਫਲ ਸੁੱਕੇ ਮੇਵੇ ਬੜੇ ਖਾਧੇ, ਪਰ ਤੇਰੇ ਨਾਮ ਦੇ ਵਰਗੇ ਨਹੀਂ। ਬਾਬਾ ਨਾਨਕ ਕਹਿੰਦਾ ਸਾਨੂੰ, ਸਾਡੀ ਦੇਹੀ ਨੂੰ, ਸਾਡੇ ਜੀਵ ਆਤਮੇ ਨੂੰ, ਸਾਡੇ ਮਨ ਨੂੰ ਸਮਝਾਉਂਦੇ ਬਾਬਾ ਨਾਨਕ ਜੀ। ਫਿਰ ਕਹਿੰਦੇ ਦੇਖੋਏ ਦੇ ਦੇ ਨੀਵ ਦਿਵਾਲੇ ਉਸਾਰੀ, ਭਸਮ ਅੰਦਰ ਕੀ ਢੇਰੀ। ਆ ਜਿਹੜੀਆਂ ਡੂੰਘੀਆਂ ਨੀਵਾਂ ਪੱਟ ਕੇ ਉੱਚੀਆਂ ਉੱਚੀਆਂ ਮਹਿਲ ਮਾੜੀਆਂ ਕੋਠੀਆਂ ਬਣਾਈਆਂ ਨਾ, ਇਹ ਵੀ ਸਭ ਸਵਾਹ ਹੋ ਜਾਣਗੀਆਂ। ਆਹ ਕਿਲ੍ਹਾ ਤਾਂ ਗੁਰੂ ਸਾਹਿਬ ਦੀ ਕਿਰਪਾ ਕਰਕੇ ਬਚ ਗਿਆ, ਨਹੀਂ ਤਾਂ ਇਹੋ ਜਿਹੇ ਕਿਲ੍ਹੇ ਖੰਡਰ ਬਣੇ ਪਏ ਆ ਜਿਹੜੇ ਰਾਜਿਆਂ ਨੇ ਬੜੇ ਸ਼ੌਂਕ ਨਾਲ ਬਣਾਏ ਸੀ। ਕਦੇ ਕਹੋ ਸਤਨਾਮ ਸੀ। ਇੱਥੇ ਗੁਰੂ ਸਾਹਿਬ ਦੇ ਚਰਨ ਪੈ ਗਏ ਤਾਂ ਇਹ ਕਿਲ੍ਹਾ ਬਚ ਗਿਆ, ਸਹੀ ਸਲਾਮਤ ਹੈ। ਇਹਨੂੰ ਬਣੇ ਨੂੰ 2000 ਸਾਲ ਹੋ ਗਏ। ਸਨ 200 'ਚ ਬਣਿਆ ਸੀ ਕਿਲ੍ਹਾ ਇਹ। ਬਿਨੇਪਾ ਰਾਜੇ ਨੇ ਬਣਾਇਆ, ਕਈ ਰਾਜੇ ਆਏ, ਕਈ ਚਲੇ ਗਏ ਰਾਜ ਕਰਕੇ, ਪਰ ਇੱਥੇ ਸੰਗਤਾਂ ਦਾ ਆਉਣਾ ਜਾਣਾ ਲੱਗਿਆ ਹੋਇਆ। ਗੁਰੂ ਸਾਹਿਬ ਦੇ ਚਰਨ ਪੈ ਗਏ ਤਾਂ ਇਹ ਬਹੁਤ ਸੁੰਦਰ ਹੈ। ਨਹੀਂ ਤਾਂ ਬਾਬਾ ਜੀ ਕਹਿੰਦੇ ਇਹ ਸਭ ਜਿਹੜੀਆਂ ਕੋਠੀਆਂ ਮਹਿਲ ਹੈ, ਇਹ ਵੀ ਮੈਨੂੰ ਤਾਂ ਸਵਾਹ ਦੀ ਢੇਰੀ ਦਿਸਦੇ ਆ, ਇਹ ਵੀ ਖਤਮ ਹੋ ਜਾਣਗੇ, ਖੰਡਰ ਬਣ ਜਾਣਗੇ, ਢਹਿ ਜਾਣਗੇ। ਜਿਹੜੀਆਂ ਡੂੰਘੀਆਂ ਨੀਹਾਂ ਕੱਟ ਕੇ ਤੇ ਉੱਤੇ ਵੱਡੇ ਵੱਡੇ ਮਹਿਲ ਉਸਾਰੇ ਆ। ਦੇ ਦੇ ਨੀਵ ਦਿਵਾਲ ਉਸਾਰੀ, ਭਸਮ ਅੰਦਰ ਕੀ ਢੇਰੀ। ਇਹ ਭਸਮ ਦੀ ਢੇਰੀ ਆ, ਸਵਾਹ ਦੀ ਢੇਰੀ ਆ। ਓਏ ਮੂਰਖਾ, ਓ ਮਨੁੱਖ, ਕਈ ਵਾਰੀ ਨਾ ਬੰਦੇ ਦਾ ਕਿਸੇ ਨੂੰ ਕੁਛ ਦੇਣ ਨੂੰ ਜੀ ਕਰਦਾ, ਚੱਕ ਲਿਆ ਇਹਨੂੰ ਆਹ ਸਮਾਨ ਦੇ ਦਈਏ, ਅੰਦਰ ਫਿਰ ਦਿਮਾਗ ਚੱਲਦਾ। ਸਾਡੇ ਅੰਦਰ ਨਾ ਬਹੁਤ ਆਵਾਜ਼ਾਂ ਚੱਲਦੀਆਂ। ਦਿਲ ਕਹਿੰਦਾ ਦੇ ਦਈਏ, ਦਿਮਾਗ ਕਹਿੰਦਾ ਛੱਡ ਪਰੇ, ਇਹਨੇ ਜਾ ਕੇ ਸ਼ਰਾਬ ਹੀ ਪੀ ਜਾਣੀ ਆ ਖਾ ਕੇ। ਕਹੋ ਸਤਨਾਮ ਸੀ। ਕੀ ਪਤਾ ਕੌਣ ਹੈ ਇਹ। ਕਈ ਵਾਰੀ ਦਿਲ ਦੀ ਬੰਦਾ ਸੁਣ ਕੇ ਦਇਆ ਕਰਨੀ ਚਾਹੁੰਦਾ, ਦਿਮਾਗ ਸ਼ਰਾਰਤੀ ਹੈ। ਇੱਥੇ ਕਾਲ ਹੋਰੀ ਬੈਠੇ ਨਾ, ਉਹ ਰੋਕ ਦਿੰਦੇ ਆ। ਕਹੋ ਸਤਨਾਮ ਸ੍ਰੀ। ਇਸ ਕਰਕੇ ਜਦੋਂ ਗੁਰੂ ਮਿਲਦਾ ਨਾ, ਫਿਰ ਗੁਰੂ ਹੀ ਇਹਦੇ ਕੋਲੋਂ ਚੰਗੇ ਕੰਮ ਵੀ ਕਰਾਉਂਦਾ ਹੈ। ਨੇਕੀ ਕਰ ਦਰਿਆ ਮੇਂ ਡਾਲ ਵਾਲੀ ਗੱਲ ਹੈ। ਪਾਤਸ਼ਾਹ ਕਹਿੰਦੇ ਇਕੱਠੇ ਦਾ ਕਰੀ ਜਾਂਦਾ ਹੈ। ਅੱਜ ਦੀਆਂ ਉਦਾਹਰਨਾਂ ਵੀ ਬਹੁਤ ਹੈ ਤੇ ਪੁਰਾਣੀਆਂ ਵੀ ਬਹੁਤ ਆ। ਵੱਡੇ ਵੱਡੇ ਕੋਠੀਆਂ ਕਾਰਾਂ ਵਾਲੇ ਸੰਸਾਰ ਦੇ ਵਿੱਚੋਂ ਚਲੇ ਗਏ ਖਾਲੀ ਹੱਥ ਝਾੜ ਕੇ। ਸੰਚ ਹੈ, ਸੰਚ ਇਕੱਠਾ ਕਰੀ ਜਾਂਦਾ ਹੈ, ਨਾ ਦੇਈ ਕਿਸੇ ਦੂਜੇ ਨੂੰ ਵਿੱਚੋਂ ਕਿਣਕਾ ਨਹੀਂ ਦਿੰਦਾ। ਅੰਧ ਜਾਣੈ ਸਭ ਮੇਰੀ, ਅੰਨਾ ਮੂਰਖ ਕਹਿੰਦਾ ਸਾਰਾ ਕੁਝ ਮੇਰਾ ਹੈ। ਤੇ ਇੱਥੋਂ ਪਹਿਲਾਂ ਤੇਰਾ ਪਿਓ ਵੀ ਕਹਿੰਦਾ ਸੀਗਾ। ਕਹੋ ਸਤਨਾਮ ਸੀ।
ਤੁਹਾਡਾ ਦਾਦਾ ਵੀ ਕਹਿੰਦਾ ਸੀਗਾ ਫਸਲ ਸਾਡੀ ਹੈ, ਜ਼ਮੀਨ ਸਾਡੀ ਆ। ਕਿੱਥੇ ਨਾ ਉਹ ਵਾ ਫਰੀਦਾ, ਕਿੱਥੇ ਤੈਡੇ ਮਾਪਿਆ ਜਿੰਨੀ ਤੂੰ ਜਨੇ ਹੋਏ ਤੈ ਪਾਛੇ ਹੋਏ ਚੱਲ ਗਏ, ਤੂੰ ਅਜੇ ਨਾ ਪਤੀਨੋ ਹੋਏ ਫਰੀਦਾ ਜਿੱਤੀ ਆਸਨ ਹਮ ਬੈਠੇ। ਆਹ ਕਿਲੇ ਦੇ ਵਿੱਚ ਕਿੰਨੇ ਲੋਕ ਰਾਜ ਕਰਕੇ ਚਲੇ ਗਏ, ਇਹ ਦਰਬਾਰ ਸਾਹਿਬ 'ਚ ਆਪਣੇ ਤੋਂ ਪਹਿਲਾਂ ਕਿੰਨੇ ਬੈਠ ਕੇ ਚਲੇ ਗਏ। ਮੇਰੇ ਵਰਗੇ ਕਈ ਗ੍ਰੰਥੀ ਡਿਊਟੀਆਂ ਕਰ ਕਰਕੇ ਚਲੇ ਗਏ ਇੱਥੋਂ, ਪਰ ਪੱਕਾ ਤਾਂ ਕੋਈ ਨਾ ਰਿਹਾ। ਕਹੋ ਸਤਨਾਮ। ਪੱਕਾ ਤਾਂ ਕੇਵਲ ਪਰਮੇਸ਼ਰ ਹੈ, ਪਰਮੇਸ਼ਰ ਦਾ ਨਾਮ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਅੰਧ ਜਾਣੇ ਸਭ ਮੇਰੀ। ਇੱਕ ਵੱਡੀ ਉਦਾਹਰਨ ਹੈ ਦੁਨੀਆ ਵਿੱਚ ਜਿਹਦੇ ਵਿੱਚ ਹਾਥੀ ਦੇ ਪੈਰ ਸਾਰੀਆਂ ਪੈੜਾਂ ਆ ਜਾਂਦੀਆਂ। ਸੋਏ ਨ ਲੰਕਾ ਸੋਏ ਨ ਮਾੜੀ, ਸੰਪੈ ਕਿਸੇ ਨਾ ਕੇਰੀ। ਉਹ ਸਿਉਣੇ ਦੀ ਲੰਕਾ ਰਾਵਣ ਦੀ, ਸਿਉਣੇ ਦੇ ਮਹਿਲ ਮਾੜੀਆਂ, ਸਿਉਣੇ ਦੀਆਂ ਕੰਧਾਂ, ਚਾਰ ਛਪੇਰੇ ਦਰਿਆ ਛੱਡਿਆ ਉਹਨੇ, ਕੋਈ ਲੰਕਾ ਦੇ ਵਿੱਚ ਵੜ ਨਾ ਸਕੇ ਮੇਰੀ 'ਚ। ਪਰ ਜਦ ਸਮਾਂ ਆਇਆ ਤੇ ਉਸ ਰਾਵਣ ਨੂੰ ਵੀ ਮਰਨਾ ਪਿਆ। ਤੇ ਦੱਸਦੇ ਆ ਜਿਸ ਵੇਲੇ ਇਤਿਹਾਸ ਕਹਿੰਦਾ ਹੈ ਕਿ ਲੜਾਈ ਹੋਈ ਰਾਵਣ ਨੂੰ ਮਾਰਨ ਵਾਸਤੇ, ਰਾਮਚੰਦਰ ਨੇ ਆਪਣੀ ਸੈਨਾ ਲੈ ਕੇ ਰਾਜੇ ਰਾਮ ਨੇ ਹਮਲਾ ਕੀਤਾ। ਦਰਿਆ 'ਚੋਂ ਰਸਤਾ ਵੀ ਬਣਾ ਲਿਆ, ਅੰਦਰ ਵੀ ਚਲੇ ਗਏ ਔਰ ਲੰਕਾ ਨੂੰ ਜਿੱਤ ਲਿਆ। ਰਾਵਣ ਦਾ ਖਾਤਮਾ ਹੋ ਗਿਆ। ਰਾਵਣ ਦਾ ਭਾਈ ਸੀ ਵਿਭੀਸ਼ਣ, ਉਹ ਰਾਮ ਦੇ ਨਾਲ ਰਲ ਗਿਆ, ਭਾਵ ਰਾਮ ਦੇ ਪੈਰੀ ਪੈ ਗਿਆ ਔਰ ਰਾਵਣ ਮਾਰਿਆ ਗਿਆ। ਵਿਭੀਸ਼ਣ ਨੂੰ ਰਾਜ ਦੇਤਾ, ਉਹ ਲੰਕਾ ਵੀ ਵਿਭੀਸ਼ਣ ਦੇ ਨਾਂ ਕਰਤੀ। ਹੁਣ ਜੇ ਰਾਵਣ ਦੇ ਕਹਿੰਦੇ ਵਜ਼ੀਰ ਸਨ ਨਾ, ਉਹਨਾਂ ਨੇ ਉਹਦਾ ਸੰਸਕਾਰ ਕਰਨਾ ਸੀ। ਹਿੰਦੂ ਮਤ ਵਿੱਚ ਇਹ ਖਿਆਲ ਹੈ ਕਿ ਮੁਰਦੇ ਦੇ ਮੂੰਹ ਵਿੱਚ ਸਿਉਣਾ ਪਾ ਦਿਓ ਤਾਂ ਪਵਿੱਤਰ ਹੋ ਜਾਂਦਾ। ਕੋਈ ਸਤਨਾਮ ਸ੍ਰੀ। ਪਰ ਹੈ ਸਭ ਕਹਿਣ ਦੀਆਂ ਗੱਲਾਂ। ਕਈ ਥਾਈਂ ਤਾਂ ਮੈਂ ਦੇਖਿਆ ਕਹਿਣਗੇ ਕਫਨ 'ਚ ਕਿਰਾਇਆ ਪਾ ਦਿਓ। ਕੋਈ ਸਤਨਾਮ। ਉਹ ਕਿਤੇ ਗੱਡੀ ਚੜ੍ਹਨ ਲੱਗਿਆ, ਉਹ ਜੇਬ ਦੇ ਵਿੱਚ ਕਫਨ ਦੀ ਜੇਬ ਹੁੰਦੀ ਨਹੀਂ, ਲੋੜ ਵੀ ਨਹੀਂ ਹੁੰਦੀ ਤੇ ਲੱਗਦੀ ਵੀ ਨਹੀਂ। ਉਹ ਕਹਿਣਗੇ ਇਹਦੇ ਮੂਕੇ ਦੇ ਲੜਨਾ, ਰੁਪਈਏ ਬੰਨ ਦਿਓ 10-20। ਕਾਹਦੇ ਵਾਸਤੇ? ਗਾਹਾਂ ਕਿਰਾਏ ਵਾਸਤੇ। ਗਾਹਾਂ ਤਾਂ ਕੁਛ ਵੀ ਨਹੀਂ ਜਾਂਦਾ, ਉਹ ਵੀ ਉੱਥੇ ਸੜ ਕੇ ਸਵਾਹ ਹੋ ਜਾਂਦੇ ਆ। ਤਾਂ ਗੁਰੂ ਪਿਆਰਿਓ, ਜਿਸ ਵੇਲੇ ਰਾਵਣ ਮਾਰਿਆ ਗਿਆ, ਲੰਕਾ ਵਿਭੀਸ਼ਣ ਦੇ ਹੱਥ ਆ ਗਈ ਤੇ ਰਾਵਣ ਦੇ ਮੂੰਹ ਵਿੱਚ ਸਿਉਣਾ ਪਾਉਣ ਵਾਸਤੇ ਥੋੜ੍ਹਾ ਜਿਹਾ ਚਾਹੀਦਾ। ਤੇ ਜਿਹੜੇ ਵਜ਼ੀਰ ਸਨ ਉਸਦੇ ਮਿੱਤਰ ਪਿਆਰੇ ਕੋਈ, ਤੇ ਇਹੀ ਰਾਵਣ ਕਿਸੇ ਵੇਲੇ ਗੁਰੂ ਪਿਆਰੋ ਸਾਰੀ ਸ੍ਰਿਸ਼ਟੀ ਦਾ ਮਾਲਕ ਬਣਿਆ ਹੋਇਆ ਸੀ। ਪਾਤਸ਼ਾਹ ਜੀ ਕਹਿੰਦੇ ਸੀਤਾ ਲਖਮਣ ਵਿਛੜ ਗਏ ਆ। ਉਹਦੇ ਵਿੱਚ ਲਿਖਿਆ, ਉਹ ਸ਼ਬਦ ਵਿੱਚ ਲਿਖਿਆ ਕਿ ਦੁਨੀਆ ਕਿਵੇਂ ਕਿਵੇਂ ਰੋਂਦੀ ਆ। ਨਾਨਕ ਦੁਖੀਆ ਸਭ ਸੰਸਾਰ, ਮੰਨੈ ਨਾਉ ਸੋਈ ਜਨ ਜਾਏ, ਔਰੀ ਕਰਮ ਨਾ ਲੇਖੇ ਲਾਏ। ਸੀਤਾ ਲਖਮਣ ਵਿਛੜ ਗਏ ਆ, ਰਾਮ ਨਿਕਾਲਾ ਭਇਆ। ਰਾਜਾ ਰਾਮ ਸੀਗਾ, ਉਹਨੂੰ 14 ਸਾਲ ਦਾ ਬਨਵਾਸ ਕੱਟਣਾ ਪਿਆ। ਤੇ ਰਾਵਣ ਜਿਹੜਾ ਹੈ, ਰੋਵੇ ਰਾਵਣ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਉਹਨੇ ਗਲਤੀ ਕੀਤੀ, ਪਰਾਈ ਇਸਤਰੀ ਤੇ ਆਪਣਾ ਅੱਖ ਰੱਖੀ। ਕਹੋ ਸਤਨਾਮ ਸੀ। ਭਾਵੇਂ ਜੋ ਵੀ ਹੈ, ਜਿਵੇਂ ਇਤਿਹਾਸ ਲਿਖਿਆ ਮੈਂ ਦੱਸਦਾ। ਇਸ ਤਰ੍ਹਾਂ ਕੱਲ ਕਹਿ ਰਹੇ ਸੀ ਪਾਤਸ਼ਾਹ, ਵੇਲ ਪਰਾਈ ਜੋਹੇ ਜੀ ਅੜੇ। ਪਰਾਈਆਂ ਚੀਜ਼ਾਂ ਤੇ ਨਿਗਾਹ ਰੱਖਦਾ ਹੈ, ਕਰੇ ਚੋਰੀ ਬੁਰਿਆਰੀ, ਚੋਰੀਆਂ ਮਾੜੇ ਕੰਮ ਕਰਦਾ, ਇਹ ਨਾਲ ਜਾਣਗੇ ਤੇਰੇ। ਤੇ ਜੀਵ ਕਹਿੰਦਾ ਫਿਰ ਤੂੰ ਕਿਹੜਾ ਇੱਥੇ ਪੱਕੀ ਆ, ਜਦੋਂ ਮੈਂ ਨਿਕਲ ਗਿਆ ਤੂੰ ਵਿਸਵਾ ਬਣ ਜਾਏਗੀ। ਕਹੋ ਸਤਨਾਮ। ਹੰਸ ਚੱਲਿਆ ਤੂੰ ਪਿੱਛੇ ਰਹੀਏ, ਛੁੱਟੜ ਹੋਈ ਹੈ ਨਾਰੀ। ਛੁੱਟੜ ਨਾਰੀ ਵਾਂਗੂ ਜਿਹਦਾ ਪਤੀ ਸਿਰ ਤੇ ਨਾ ਹੋਵੇ, ਤੇਰਾ ਮੇਰੇ ਬਿਨਾਂ ਇਹ ਹਾਲ ਹੋ ਜਾਊਗਾ। ਬਾਬਾ ਨਾਨਕ ਅੱਜ ਦੋਨਾਂ ਨੂੰ ਸਮਝਾਉਂਦਾ, ਰਹਾਓ ਤੋਂ ਅੱਗੇ। ਫਿਰ ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਰਾਵਣ ਰੋਵੇ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਵਾਏ। ਰੋਵੇ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਉਹਨਾਂ ਦੇ ਕਰਮਾਂ ਦੇ ਫਲ ਉਹਨਾਂ ਨੂੰ ਵੀ ਭੋਗਣੇ ਪਏ, ਜਿਹੜੇ ਕ੍ਰਿਸ਼ਨ ਦੇ ਸਾਥੀ ਵੀ ਸੀ। ਕਹੋ ਸਤਨਾਮ ਸ੍ਰੀ।
ਉਹਨਾਂ ਨੂੰ ਵੀ 14 ਸਾਲ ਜੰਗਲਾਂ ਵਿੱਚ ਰਹਿਣਾ ਪਿਆ, ਕਿਉਂਕਿ ਦੁਰਯੋਧਨ ਨੇ ਨੱਪ ਲਿਆ। ਤੇ ਦੁਰਯੋਧਨ ਕਿਹੜਾ ਨਾਲ ਲੈ ਗਿਆ? ਦੁਰਯੋਧਨ ਵੀ ਮਾਰਿਆ ਗਿਆ। ਜਿਹੜਾ ਕਹਿੰਦਾ ਸੀਗਾ ਮੈਂ ਪਾਂਡਵਾਂ ਨੂੰ ਰਾਜ, ਤਾਂ ਕੀ ਕ੍ਰਿਸ਼ਨ ਜੀ ਕਹਿੰਦੇ ਸੀ ਵੀ ਤੂੰ ਅੱਧਾ ਰਾਜ ਦੇ ਦੇ ਇਹਨੂੰ, ਇਹ ਆਪਦਾ ਟਾਈਮ ਟਪਾ ਲੈਣਗੇ। ਕਹਿੰਦਾ ਨਾ, ਮੈਂ ਤਾਂ ਸੂਈ ਦੇ ਨੱਕੇ ਨੂੰ ਥਾਂ ਦਿੰਦਾ। ਉਹ ਕਹਿੰਦੇ ਚੱਲ 5 ਭਰਾ ਨੇ, ਇਹਨਾਂ ਨੂੰ 5 ਪਿੰਡ ਦੇ ਦੇ, ਇਹਨਾਂ ਟਾਈਮ ਟੱਪ ਜੂਗਾ। ਕਹਿੰਦਾ ਬਿਲਕੁਲ ਨਹੀਂ, ਸੂਈ ਦੇ ਨੱਕੇ ਜਿੰਨਾ ਥਾਂ ਨਹੀਂ ਦੇਣਾ ਮੈਂ, ਇਹ ਰਾਜ ਮੇਰਾ, ਮੇਰੇ ਪਿਓ ਨੇ ਮੈਨੂੰ ਦਿੱਤਾ। ਰੋਵੇ ਪਾਂਡਵ ਭਏ ਮਜੂਰ, ਜਿਨ ਕੈ ਸੁਆਮੀ ਰਹਿਤ ਹਦੂਰ। ਤੇ ਦੁਰਯੋਧਨ ਵੀ ਮਾਰਿਆ ਗਿਆ। ਉਹਨਾਂ ਦੇ ਸਰੀਰ ਰੁਲ ਗਏ, ਇੰਨਾ ਮਾਸ ਉੱਥੇ ਹੋ ਗਿਆ ਕਿ ਜਾਨਵਰਾਂ ਨੇ ਵੀ ਨਹੀਂ ਖਾਧੇ। ਉਹ ਕੋ ਸਤਨਾਮ ਸ੍ਰੀ। ਇੱਥੇ ਬਾਬਾ ਜੀ ਕਹਿ ਰਹੇ ਨੇ ਅਗਲੇ ਸ਼ਬਦ ਵਿੱਚ, ਸੋਏ ਨ ਲੰਕਾ ਸੋਏ ਨ ਮਾੜੀ, ਸੰਪੈ ਕਿਸੇ ਨ ਕੇਰੀ। ਇਹ ਸੰਪਤੀ ਕਿਸੇ ਦੀ ਨਹੀਂ ਬਣੀ। ਕਹੋ ਸਤਨਾਮ। ਵਰਤਣ ਵਾਲੇ ਵਰਤ ਕੇ ਚਲੇ ਗਏ, ਨਾਲ ਕਿਸੇ ਦੀ ਨਹੀਂ ਜਾਂਦੀ। ਇਹ ਸਰਾਂ ਦਾ ਸਮਾਨ ਸਰਾਂ 'ਚ ਹੀ ਰਹਿੰਦਾ। ਇੱਥੇ ਆਪਾਂ ਬੈਠਾਂਗੇ, ਲੰਗਰ ਛਕਾਂਗੇ, ਭਾਂਡੇ ਥੋੜ੍ਹਾ ਨਾਲ ਲੈ ਕੇ ਜਾਣੇ ਆ, ਲੰਗਰ ਛਕ ਕੇ ਰੁੜ ਜਾਵਾਂਗੇ। ਕਹੋ ਸਤਨਾਮ। ਇਸ ਸਰਾਂ ਹੈ ਦੁਨੀਆ ਇੱਕ, ਇਹ ਸਮਾਨ ਕਹਿੰਦੇ ਨਾਲ ਨਹੀਂ ਜਾਣ ਵਾਲਾ। ਜਿਸ ਵੇਲੇ ਰਾਵਣ ਦੇ ਸੰਸਕਾਰ ਵਾਸਤੇ ਵਜ਼ੀਰ ਜਿਹੜੇ ਸਨ ਸੋਨਾ ਲੈਣਗੇ ਰਾਮਚੰਦਰ ਤੋਂ, ਥੋੜ੍ਹਾ ਜਿਹਾ ਸੋਨਾ ਚਾਹੀਦਾ। ਰਾਮਚੰਦਰ ਕਹਿੰਦਾ ਮੈਂ ਮਾਲਕ ਨਹੀਂ ਇਸ ਦਾ, ਇਹਦਾ ਮਾਲਕ ਵਿਭੀਸ਼ਣ ਆ, ਉਹ ਤੋਂ ਲਓ ਜਾ ਕੇ। ਹੁਣ ਵਿਭੀਸ਼ਣ ਜਿਹੜਾ ਰਾਵਣ ਦਾ ਭਰਾ ਸੀਗਾ, ਇੱਕ ਤਰ੍ਹਾਂ ਦਾ ਸ਼ਰੀਕ ਬਣ ਗਿਆ। ਉਹ ਕਹਿੰਦੇ ਸ਼ਰੀਕ ਦੇ ਕੋਲੇ ਨਹੀਂ ਜਾਣਾ। ਕਹੋ ਸਤਨਾਮ ਸ੍ਰੀ। ਉਹ ਤੋਂ ਨਹੀਂ ਮੰਗਣਾ ਹੁਣ ਜਾ ਕੇ। ਆਖਰ ਜਿਹੜਾ ਲੰਕਾ ਦਾ ਮਾਲਕ ਸੀਗਾ, ਉਹਦੇ ਵਿੱਚ ਰੱਤੀ, ਮੂੰਹ ਵਿੱਚ ਰੱਤੀ ਸੋਨਾ ਨਹੀਂ ਪਾ ਸਕੇ। ਬਾਬਾ ਜੀ ਕਹਿੰਦੇ ਇਹ ਸੰਪਤੀ ਕਿਸੇ ਦੀ ਨਹੀਂ ਹੋਈ। ਸੁਣ ਮੂਰਖ ਮਨ ਅਣਜਾਣਾ। ਓਏ ਅਣਜਾਣ ਜੀਵ ਸੁਣ, ਤੂੰ ਵੀ ਸੁਣ। ਅਣਜਾਣ ਦੇਹੀ ਤੂੰ ਵੀ ਸੁਣ। ਇਹ ਸਮਾਨ ਕਿਸੇ ਨਾਲ ਨਹੀਂ ਜਾਂਦਾਗਾ। ਫਿਰ ਹੋਗ ਤਿਸੇ ਕਾ ਭਾਣਾ। ਸੋਡੀ ਮਰਜ਼ੀ ਨਹੀਂ ਚੱਲਣੀ, ਭਾਣਾ ਮਰਜ਼ੀ ਉਹਦੀ ਚੱਲਣੀ ਆ, ਪਰਮੇਸ਼ਰ ਦੀ। ਰਹਾਓ ਰਹਾਓ ਕਹਿੰਦਾ ਰੁਕ ਜਾ, ਵਿਚਾਰ ਪਿੱਛੇ ਕੀ ਕਿਹਾ, ਫਿਰ ਅੱਗੇ ਚੱਲਦੇ ਆ। ਕਹੋ ਸਤਨਾਮ ਸੀ। ਇਹ ਸ਼ਬਦ ਵਿੱਚ ਗੁਰੂ ਪਿਆਰਿਓ 3 ਵਾਰੀ ਰਹਾਓ ਆਇਆ। 6 ਪਦਿਆਂ ਦਾ ਇਹ ਸ਼ਬਦ ਹੈ, 3 ਵਾਰੀ ਰਹਾਓ ਆਇਆ। ਪਹਿਲਾਂ ਦੋਨਾਂ ਦੀ ਗੱਲਬਾਤ ਤੋਂ ਬਾਅਦ ਰਹਾਓ ਆਇਆ, ਔਰ ਫਿਰ ਜਦੋਂ ਗੱਲਬਾਤ ਇਹਨਾਂ ਦੀ ਪੂਰੀ ਹੋ ਗਈ, ਬਾਬੇ ਨਾਨਕ ਨੇ ਗਿਆਨ ਦੇਣਾ ਸ਼ੁਰੂ ਕੀਤਾ। ਇਹ ਗੱਲ ਤਾਂ ਵੈਸੇ ਸਾਡੀ ਹੋਈ ਹੈ ਸਾਰਿਆਂ ਦੀ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ, ਆਪਣੀ ਸਾਰਿਆਂ ਦੀ ਹੋਈ ਹੈ। ਆਪਾਂ ਨੂੰ ਸਮਝਾਉਂਦੇ ਆ ਬਾਬਾ ਜੀ, ਕਿਸੇ ਹੋਰ ਦੇਹੀ ਦੀ ਗੱਲ ਨਹੀਂ ਹੈਗੀ, ਸਾਡੀ ਦੇਹੀ ਦੀ ਗੱਲ ਹੈ। ਤਾਂ ਬਾਬਾ ਜੀ ਕਹਿੰਦੇ ਅਗਲਾ ਰਹਾਓ ਆ ਗਿਆ। ਕਹਿੰਦੇ ਰੁਕੋ ਠਹਿਰੋ। ਕੀ ਕਿਹਾ? ਹੋਗ ਤਿਸੇ ਕਾ ਭਾਣਾ। ਹੋਣਾ ਉਹ ਹੈ ਜੋ ਪਰਮੇਸ਼ਰ ਨੂੰ ਪਾਉਂਦਾ ਹੈ। ਤੇਰੀ ਮਰਜ਼ੀ ਨਹੀਂ ਚੱਲਣੀ ਜੀਵ, ਹੇ ਦੇਹੀ ਤੇਰੀ ਮਰਜ਼ੀ ਨਹੀਂ ਚੱਲਣੀ। ਫਿਰ ਦੋਨੇ ਪੁੱਛਦੇ ਆ ਜੀ ਕੀ ਕਰੀਏ। ਸ਼ੁਕਰ ਹੈ ਪੁੱਛ ਤਾਂ ਲਿਆ ਨਾ, ਜਿਹਨੇ ਪੁੱਛ ਲਿਆ ਉਹਨਾਂ ਦਾ ਭਲਾ ਹੋ ਗਿਆ। ਜੋ ਸ਼ਰਨੇ ਆਵੇ ਤਿਸ ਕੰਠ ਲਗਾਵੇ, ਬਿਰਧ ਸੁਆਮੀ ਸੰਦਾ। ਅਸੀਂ ਪੁੱਛਦੇ ਹੀ ਨਹੀਂ ਗੁਰੂ ਨੂੰ, ਤੇ ਜਿੰਨਾ ਚਿਰ ਪੁੱਛਦੇ ਨਹੀਂ ਇਹ ਦੱਸਦਾ ਨਹੀਂ। ਤੁਸੀਂ ਬਾਣੀ ਪੜ੍ਹਦੇ ਪੜ੍ਹਦੇ ਪੁੱਛਣ ਲੱਗ ਜਾਓ, ਲਵੇ ਇੱਕ ਤਜਰਬਾ ਕਰ ਲਓ ਤੁਸੀਂ। ਜੇ ਤੁਸੀਂ ਕਹਿੰਦੇ ਵੀ ਸਾਡੇ ਫੁਰਨੇ ਬੜੇ ਬਣਦੇ ਆ, ਨਿਤਨੇਮ ਕਰਨ ਬਹਿੰਦੇ ਆ, ਮਨ ਭੱਜ ਜਾਂਦਾ। ਤੁਸੀਂ ਮਨ ਨੂੰ ਕਹਿ ਦਿਓ ਵੀ ਲੈ ਵੀ ਮੈਂ ਪੜ੍ਹਦਾ ਤੇ ਤੂੰ ਪੁੱਛ ਭਲਾ ਬਾਣੀ ਕਹਿੰਦੀ ਕੀ ਆ। ਕਹੋ ਸਤਨਾਮ ਸੀ। ਤੂੰ ਇਹਦੇ ਅਰਥ ਸਮਝ, ਦੇਖੋ ਰਾਸੀ ਬਣ ਜਾਊਗਾ। ਜੇ ਤੁਸੀਂ ਪੜ੍ਹਦੇ ਪੜ੍ਹਦੇ ਉਹਨੂੰ ਵਿਚਾਰਨ ਲੱਗ ਪਏ ਨਾ ਨਾਲ ਨਾਲ, ਤੇ ਵਿਚਾਰ ਦਾ ਕੰਮ ਹੈ ਸਾਡੀ ਅੰਦਰੋਂ ਮਨ ਦਾ, ਪੜ੍ਹਨ ਦਾ ਕੰਮ ਹੈ ਜੀਵ ਦਾ। ਜੀਵ ਨੇ ਉਚਾਰਨ ਕਰਨਾ, ਤੇ ਇਹਦੇ ਅੰਦਰ ਬੈਠੇ ਨੇ ਜਿਹੜੇ ਪਿੱਛੇ ਬੈਠਾ ਇਹਨੂੰ ਚਲਾ ਰਹੇ ਆ, ਉਹ ਇਸ ਨੂੰ ਵਿਚਾਰ ਲਵੇ ਤਾਂ ਦੋਨਾਂ ਦਾ ਭਲਾ ਹੋ ਸਕਦਾ ਹੈ। ਉਹ ਫਿਰ ਪੁੱਛਦੇ ਆ ਜੀ ਕੀ ਕਰੀਏ। ਸੁਣ ਮੂਰਖ ਮਨ ਅਣਜਾਣਾ। ਓਏ ਮੂਰਖ ਮਨਾ ਅਣਜਾਣ ਦੇ ਹੀ ਸੁਣ। ਹੋਗ ਤਿਸੇ ਕਾ ਭਾਣਾ ਰਹਾਓ। ਆਪਾਂ ਕਰਨਾ ਕੀ ਹੈ ਹੁਣ ਅੱਗੇ ਪੜ੍ਹ ਲਓ। ਮੇਨ ਗੱਲ ਹੈ ਜਿਹੜੀ ਆਖਰੀ ਪੰਕਤੀ ਵਿੱਚ, ਸਾਹੋ ਹਮਾਰਾ ਠਾਕੁਰ ਪਾਰਾ, ਹਮ ਤਿਸ ਕੇ ਬਣ ਜਾਰੇ।
वो अपना शाह है ते आपां उसदे करिंदे हाँ। कहो सतनाम श्री। वणजारे ध्यान दिओ, वणजारियां दा काम है व्यापार करना, और वणजारे अगे किसी होर सेठ नाल जुड़े हुंदे है। वो सौदा दिंदा, वो पैसा दिंदा, और फिर वणजारे छोटे व्यापारी वो तो समान लैके अगे बेच के आउंदे आ और कमाई करके अपनी रोजी रोटी नूं चलाउंदे आ। आपां नूं भी एक पैसा दिता परमेश्वर ने, कहंदे जा व्यापार करके आ। ते किहड़ा पैसा दिता? दिता वह सारा कुछ ही, पर खास करके सवासां दी पूंजी। कहो सतनाम श्री। वंज करो वणजारियो वखर लहो संभाल, तैसी वस्त वसाही है जैसी निभ है नाल। निभ है नाल जावे जिहड़ी, वो वस्तु इकट्ठी करियो। गए हैं बाजार च झोला लैके ते खरीद के गाडर बह जाइए तो नाल किवें जाणगे? कहो सतनाम श्री। चलो खैर ये तो संसार की गल है, परमेश्वर वाल जाण वेले तो समान कोई भी नाल नहीं जाना दुनिया का। असी वणजारे हाँ, व्यापारी हाँ, पूंजी सवासां दी लैके आया। इहदे वट्टे खरीदना की है? वैसे खरीदिया बहुत कुछ, सवासां वट्टे ही 200-400 दिहाड़ी लई आपां। जे सवास चलदी है तो मजदूरी कीती ते फिर दिहाड़ी मिली ना। मुर्दे नूं कौन दिहाड़ी दिंदा? कहो सतनाम। काम करन नूं दिहाड़ी मिलती है, तो दिहाड़ी आपां लई आ सवासां बदले। पर जे गुरु किरपा करे इन्हां सवासां दे नाल नाम दा व्यापार भी कीता जावे। कहो सतनाम श्री। वंज करो वणजारियो वखर लहो संभाल, तैसी वस्त वसाही है जैसी निभ है नाल आज्ञा शाहो। सुजान है लैसी वस्त संभाल अगे ओ माल को शाह। जिसने सानू दुनिया विच भेजिया, जिन तुम भेजे तिने बुलाए, सुख सहज सेती घर आओ। तुम घर आवो मेरे मीत, तुमरे दोखी हरि आप निवारे। हरि ने तेरे दुष्टां दा खात्मा करता, पुत्र घरे आ जा तू हुण। अब दा भई बतीत, तेरा दुखां दा समा खत्म करता हुण तू घरे मुड़िया। किहनूं कहा? सानू ही कहा। असी घरों निकले हुए हैं, पहला तो सुरत नूं मोड़ के इस घर विच लियाउणा, फिर इस घर नूं छड्डदे अपने घरे जाना। कहो सतनाम श्री। प्रीतम जी कहते साहो हमारा ठाकुर भारा, हम तिसके बणजारे। ते याद रखियो ये समान सोडा नहीं है, सानू वरतन लई दिता है। जीओ पिंड सब रास तिसे की मारे आपे जीवाले। ਉਹੀ ਮਾਰਨ वाला है तो ਉਹੀ मार के ਜਿਉਂਦੇ ਕਰਨ वाला भी है। ਇਹ ਕਲਾ परमेश्वर ਦੀ गुरु ਸਾਹਿਬ ਦੇ ਵਿੱਚ ਵਰਤੀ, और गुरु ਸਾਹਿਬ परमेश्वर ਦੇ ਹੀ रूप है दूसरे। सरगुण निर्गुण निरंकार सुन समाधि आप, आपन किया नानका आपे ही फिर जाप। अखीर धन गुरु नानक देव जी सानू ये ज्ञान बख्शिश करते हैं कि ये सब कुछ उस परमेश्वर दिता होया है। इनू ओदा मन के चलो, शरीर भी ओदा है, राशि भाव पूंजी संपत्ति जो सानू वरतन ते भी वो सब उससे दिता होया है, और जियो जीवात्मा भी ओदा ही अंश है। दोनों नू समझाता, समान भी ओदा, तुसी भी ओदे हो, बस उन्होंने याद कर लिया करो, दात लैके शुक्रिया कर दिया करो। पर मूर्ख उल्ट चलता है मनुख, दात प्यारी विसरिया दातारा, जाने ना ही मन विचारा। सो क्यों विसरिया जिन सब किश दिया, सो क्यों विसरिया जे जीवन जिया, सो क्यों विसरिया जी अगन में राखै। गुर प्रसाद गुरु की कृपा सदका को बिरला लख है, कोई बिरला ही इस गल नूं समझदा है, जानदा है, मनदा है। कहो सतनाम श्री। फिर ये शब्द संपूर्ण होया। अगे फिर इसे लड़ी नाल चुलदी आ गल। ये जीव कहना मैं बड़ा फसिया होया, मैं किवें निकला। गौड़ी चेती महला पहला, अवर पंच हम एक जना, क्यों राखो घर बार मना। घर बार शरीर, ये जीव का घर बार है, वो घर बार नहीं इट्टां वाला। वो तो कई कोले है भी नहीं, बेचारियां कोले झोंपड़ियां पाइयां, कई कोले झोंपड़ी भी नहीं, सड़कों पर पे भी देखे आ। कहो सतनाम सी।
पर आ घर सारिਆਂ ਕੋਲੇ ਆ ਬਾਡੀ वाला। कहन लगे आ मेरा घर मैथों खोई जा रहे है, मैं कला ये पंज आ, काम क्रोध लोभ मोह अहंकार काल दे पैरोकार। मैं परमेश्वर का बच्चा। पर जिदे पता लग गया फिर तो गल बन जू, हजे भुलेखे च है। अवर पंच हम एक जना, क्यों राखों घर बार मना, मारै लुट नीत नीत। मैनू मारदे आ, मैनू लुटदे आ। किवें लुटदे आ पता? तुहाडे अंदर एक अमृत की बूंद आ जिहड़ी तुसीं पीनी सी, लेकिन तुहानू बाहर कढ़ी रखदे, वो कल्ले ही पी जाते हैं। रंगियों तकड़े हो गए, बुढ़ा होके भी काम नहीं मरदा, बुढ़ा होके भी क्रोध नहीं मरदा, बुढ़ा होके भी लोभ नहीं मरदा, बुढ़ा होके भी ये पंज विकार नहीं मरदे। इसदा मतलब इन्हां ने अमृत पी लिया साडे वाला, जिहड़ा असीं पीना सी। गुरमुख बुढ़े कदे नाही, जिन्हां अंतर सुरत ज्ञान, जिन्हां ने सुरत शब्द नाल जोड़ के अमृत पी लिया, उन्होंने वकार मार ले, वो आप तकड़े हो गए। को सतनाम, वो अमर दी बूंद साडे सब दे अंदर है। जे किते कढ़ के पीनी सिख लईए तो गुरु पातशाह कहंदे इन्हां पंजां तो बचिया जा सकदा। की कहंदे आ आपां कल नूं सरवण करांगे। विचारां इत्थे रोकदे आ। गुरु किरपा करन ऐसी लड़ी सतगुरु नानक पातशाह जी दी ये बख्शिश कर रहे हैं। अगले शब्द विच ये जीव दा प्रश्न है, जीव की बेनती है, तो गुरु साहब जी इस नूं फिर की कहते हैं। जिवें कबीर साहब का एक शब्द है, क्यों लीजै गढ़ बंका भाई, मैथों मेरा सुंदर किला खोलिया, मैनू किले चों बाहर कढ़ता। कहो सतनाम श्री। और मैनू कढ़ के बाहर ते किले दे चार छपेरे इंतजाम करता, दोवर कोट और तेवर खाई, दो कंधा कढ़तियां वड्डियां वड्डियां कि मैं अंदर ना वड़ सका, तीन नहरां चलातियां जिवें लंका दे दुआले चलाई सी। कहो सतनाम सी। मैं अंदर किवें जावां? दो कंधा हंकार दी ते क्रोध दी ते खालियां, काम दियां, लोभ दियां ते मोह दियां। ये कवर करता मेरे बाडी नूं चार छपेरियों, मैनू कढ़दा बाहर। मैं हुण अपना ये घर वापस किला किवें लवां? क्यों लीजै गढ़ बंका भाई, दोवर कोटा तेवर खाई। ये विचार आप कल सरवण करांगे। हुण इत्थे रोकण दी आग्या बख्शो। बोलदियां ने एक अखर बाद घट हो जांदे। सिख संगतां दे सतगुरु बख्शण जोग बख्श लेना जी। समाप्ति करिए। बुलाओ फतेह पाओ फतेह। वाहिगुरू जी का खालसा, वाहिगुरू वाह।